मैं हाँ भुलिंदर सिंह गुरबानी ਤੇ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਮਹਿਕ ਪੰਜਾਬ ਦੀ। ਜੀ ਹਾਂ, ਇਹ ਜ਼ਿਆਦਾਤਰ ਸਾਡਾ ਪ੍ਰੋਗਰਾਮ ਜਿਹੜਾ ਆਧਾਰਿਤ ਹੈ ਉਹ ਹੈ ਆਸਟ੍ਰੇਲੀਆ ਤੇ। ਜੀ ਹਾਂ, ਆਸਟ੍ਰੇਲੀਆ ਵਿੱਚ ਵਸਦੇ ਜਿਹੜੇ ਪੰਜਾਬੀ ਭਾਈਚਾਰਾ ਅਸੀਂ ਉਹਨਾਂ ਨਾਲ ਜੁੜਦੇ ਹਾਂ ਅਤੇ ਉਹਨਾਂ ਦੀਆਂ ਗੱਲਾਂ ਸੁਣਦੇ ਹਾਂ, ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਅਤੇ ਉਹਨਾਂ ਦੇ ਕੰਮ ਬਾਰੇ ਜਾਣਦੇ ਹਾਂ ਅਤੇ ਫਿਰ ਮਾਹੌਲ ਜਾਣਦੇ ਹਾਂ ਤੇ ਨਾਲ ਹੀ ਗੱਲ ਹੁੰਦੀ ਹੈ ਪੰਜਾਬੀਆਂ ਦੀ ਸਿਹਤ ਦੀ। ਅਤੇ ਫਿਰ ਨਾਲ ਹੀ ਗੱਲ ਹੁੰਦੀ ਹੈ ਪੰਜਾਬੀ ਜਿਹੜੇ ਉੱਥੇ ਨਵੇਂ ਜਾ ਕੇ ਫਸੇ ਹੋਏ ਨੇ ਉਹਨਾਂ ਨੂੰ ਕਿਹੜੀਆਂ ਦੁੱਖ ਤਕਲੀਫਾਂ ਹੋ ਰਹੀਆਂ ਨੇ ਅਤੇ ਜੇਕਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਦਰਕਾਰ ਹੈ ਤਾਂ ਸਾਡੇ ਨਾਲ ਕੁਝ ਖਾਸ ਤਜਰਬੇਕਾਰ ਲੋਕ ਵੀ ਜੁੜੇ ਹੁੰਦੇ ਨੇ ਜੋ ਆਪਣੇ ਆਪਣੇ ਤਜਰਬੇ ਸਾਡੇ ਨਾਲ ਸਾਂਝੇ ਕਰਦੇ ਨੇ ਅਤੇ ਨਵੇਂ ਵਸੇ ਆਸਟ੍ਰੇਲੀਆ ਵਿੱਚ ਲੋਕਾਂ ਨੂੰ ਉਹਨਾਂ ਦੀ ਮਦਦ ਦੀ ਆਪਣੇ ਹੱਥ ਵੀ ਅੱਗੇ ਵਧਾਉਂਦੇ ਨੇ। ਸਾਡਾ ਮਹਿਕ ਪੰਜਾਬ ਦੀ ਪ੍ਰੋਗਰਾਮ ਵੱਖ-ਵੱਖ ਵਿਸ਼ਿਆਂ ਤੇ ਹਮੇਸ਼ਾ ਆਧਾਰਿਤ ਹੁੰਦਾ ਹੈ। ਹਰ ਹਫਤੇ ਅਸੀਂ ਗੱਲ ਕਰਦੇ ਹਾਂ, ਕਈ ਵਾਰ ਟੈਕਸ ਦੀ ਅਸੀਂ ਗੱਲ ਕਰਦੇ ਹਾਂ, ਚੋਣ ਦੀ ਗੱਲ ਕਰਦੇ ਹਾਂ, ਅਸੀਂ ਪੰਜਾਬੀ ਭਾਈਚਾਰੇ ਦੀ ਅਤੇ ਅੱਜ ਦਾ ਜੋ ਅਸੀਂ ਮੁੱਦਾ ਚੁੱਕਿਆ ਹੋਇਆ ਅਸੀਂ ਅੱਜ ਮਹਿਕ ਪੰਜਾਬ ਦੇ ਵਿੱਚ ਗੱਲ ਕਰਾਂਗੇ ਉਹਨਾਂ ਲੋਕਾਂ ਦੀ ਜੋ ਕਿ ਆਪਣੀ ਨਵੀਂ ਪ੍ਰਾਪਰਟੀ ਜਾਂ ਤਾਂ ਲੈਣਾ ਚਾਹੁੰਦੇ ਨੇ ਜਾਂ ਫਿਰ ਆਪਣੀ ਪ੍ਰਾਪਰਟੀ ਜਿਹੜੀ ਹੈ ਵੇਚਣਾ ਚਾਹੁੰਦੇ ਨੇ। ਕਿਸ ਤਰ੍ਹਾਂ ਦੀਆਂ ਉਹਨਾਂ ਨੂੰ ਮੁਸ਼ਕਲਾਂ ਦਰਪੇਸ਼ ਹੋ ਸਕਦੀਆਂ ਨੇ, ਕਿਸ ਤਰ੍ਹਾਂ ਉਹ ਮੁਸ਼ਕਲਾਂ ਚੋਂ ਬਾਹਰ ਨਿਕਲ ਸਕਦੇ ਨੇ ਅਤੇ ਨਾਲ ਹੀ ਕਿਸ ਤਰ੍ਹਾਂ ਦੀ ਪ੍ਰਾਪਰਟੀ ਉਹਨਾਂ ਨੂੰ ਕਿਹੜੇ ਇਲਾਕੇ ਵਿੱਚ ਕਿੰਨੇ ਪੈਸਿਆਂ ਦੀ ਮਿਲ ਸਕਦੀ ਹੈ, ਕੀ ਉਹਨਾਂ ਦਾ ਬਜਟ ਅਲਾਉ ਕਰਦਾ ਉਸ ਪ੍ਰਾਪਰਟੀ ਨੂੰ ਖਰੀਦਣ ਬਾਰੇ। ਸੋ ਇਸ ਬਾਰੇ ਸਾਡੇ ਤਜਰਬੇਕਾਰ ਲੋਕ ਜਿਹੜੇ ਨੇ, ਖਾਸ ਮਹਿਮਾਨ ਜਿਹੜੇ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ ਅਤੇ ਉਹਨਾਂ ਨਾਲ ਹੀ ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਅੱਗੇ ਵਧਾਉਂਦੇ ਹਾਂ ਅਤੇ ਉਹਨਾਂ ਦੀ ਰਾਏ ਜ਼ਰੂਰ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਹਾਂ ਕਿਉਂਕਿ ਸਵਾਲ ਸਾਡੇ ਹੋਣਗੇ, ਜਵਾਬ ਉਹਨਾਂ ਦੇ ਹੋਣਗੇ ਅਤੇ ਜਵਾਬ ਤੁਹਾਡੇ ਤੱਕ ਅਸੀਂ ਇਸ ਪ੍ਰੋਗਰਾਮ ਮਹਿਕ ਪੰਜਾਬ ਦੀ ਦੇ ਜ਼ਰੀਏ ਜ਼ਰੂਰ ਪਹੁੰਚਾਵਾਂਗੇ। ਸੋ ਇੱਕ ਇੱਕ ਕਰਕੇ ਸਭ ਤੋਂ ਪਹਿਲਾਂ ਤਾਂ ਸਾਡੇ ਨਾਲ ਜਿਹੜੇ ਖਾਸ ਮਹਿਮਾਨ ਜੁੜੇ ਹੋਏ ਨੇ ਉਹਨਾਂ ਦਾ ਤਾਰੁਫ ਮੈਂ ਤੁਹਾਡੇ ਨਾਲ ਕਰਵਾ ਦੇਣਾ। ਸਭ ਤੋਂ ਪਹਿਲਾਂ ਸਾਡੇ ਨਾਲ ਜੁੜੇ ਹੋਏ ਨੇ ਤਨੇ ਜੈਨ ਜੀ ਜੋ ਕਿ ਮੈਲਬਰਨ ਦੇ ਰਹਿਣ ਵਾਲੇ ਅਤੇ ਨਾਲ ਹੀ ਰੀਅਲ ਸਟੇਟ ਏਜੰਟ ਦੇ ਤੌਰ ਤੇ ਕੰਮ ਕਰਦੇ ਨੇ। ਬਹੁਤ ਬਹੁਤ ਸਵਾਗਤ ਹੈ ਤਨੇ ਜੈਨ ਜੀ ਤੁਹਾਡਾ ਇਸ ਖਾਸ ਪ੍ਰੋਗਰਾਮ ਵਿੱਚ। ਅਤੇ ਨਾਲ ਹੀ ਸਾਡੇ ਨਾਲ ਜੁੜੇ ਹੋਏ ਨੇ ਪਰਮਦੀਪ ਸਿੰਘ ਜੀ। ਜੀ ਹਾਂ, ਇਹ ਵੀ ਰੀਅਲ ਐਸਟੇਟ ਦੇ ਖਾਸ ਸੇਲਸ ਪਰਸਨ ਨੇ। ਗੱਲ ਹੋਵੇ ਕੈਨਬਰਾ ਦੀ, ਗੱਲ ਹੋਵੇ ਨਿਊ ਸਾਊਥ ਵੇਲਸ ਦੀ, ਤਾਂ ਇਹਨਾਂ ਕੋਲ ਤੁਸੀਂ ਜਾ ਸਕਦੇ ਹੋ, ਇਹਨਾਂ ਦੀਆਂ ਸੇਵਾਵਾਂ ਦਾ ਮਜ਼ਾ ਲੈ ਸਕਦੇ ਹੋ। ਸੋ ਸਭ ਤੋਂ ਪਹਿਲਾਂ ਤਾਂ ਤਨੇ ਜੈਨ ਜੀ, ਪਰਮਦੀਪ ਜੀ, ਮੈਂ ਸਵਾਗਤ ਕਰਾਂਗਾ ਮਹਿਕ ਪੰਜਾਬ ਦੀ ਦੇ ਇਸ ਖਾਸ ਪ੍ਰੋਗਰਾਮ ਵਿੱਚ। ਔਰ ਤਨੇ ਜੈਨ ਜੀ, ਤੁਹਾਡੇ ਤਜਰਬੇ ਨਾਲ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਜੇਕਰ ਕੋਈ ਵੀ ਆਪਣੀ ਪ੍ਰਾਪਰਟੀ ਖਰੀਦਣਾ ਚਾਹੁੰਦਾ ਹੈ ਜਾਂ ਵੇਚਣਾ ਚਾਹੁੰਦਾ ਹੈ, ਕਿਸ ਤਰ੍ਹਾਂ ਦੀਆਂ ਉਹਨਾਂ ਨੂੰ ਅੜਚਣਾਂ ਹੋ ਸਕਦੀਆਂ ਨੇ, ਇਹਨਾਂ ਬਾਰੇ ਵੀ ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਇੱਕ ਪ੍ਰੋਸੈਸ ਅਸੀਂ ਜਾਣ ਲੈਂਦੇ ਹਾਂ ਕਿ ਆਖਰ ਪ੍ਰੋਸੈਸ ਕੀ ਹੈ ਆਸਟ੍ਰੇਲੀਆ ਦਾ। ਹਾਂਜੀ, ਤਾਂ ਪ੍ਰੋਸੈਸ ਇਹ ਹੈ ਕਿ ਇੱਥੇ ਕਾਫੀ ਲੀਗਲ ਪ੍ਰੋਸੈਸ ਹੈ, ਕਾਫੀ ਆਰਗੇਨਾਈਜ਼ ਪ੍ਰੋਸੈਸ ਹੈ। ਜੇ ਕਿ ਆਪਾਂ ਕੰਪੇਅਰ ਕਰੀਏ ਮਾਰਕੀਟ ਜਿਹੜੀ ਇੰਡੀਆ ਤੋਂ, ਯੂਕੇ ਤੋਂ, ਅਮਰੀਕਾ, ਈਵਨ ਅਸੀਂ ਕੈਨੇਡਾ ਦੀ ਮਾਰਕੀਟ ਤੋਂ ਵੀ ਕੰਪੇਅਰ ਕਰੀਏ ਤੇ ਇਨ ਟਰਮਸ ਆਫ ਟੈਕਨੋਲੋਜੀ ਵੀ ਇੱਥੇ ਬਹੁਤ ਐਡਵਾਂਸਡ ਹੈ ਜਦੋਂ ਅਸੀਂ ਪ੍ਰਾਪਰਟੀ ਸੇਲ ਪਰਚੇਜ਼ ਦੀ ਗੱਲ ਕਰਦੇ ਹਾਂ, ਕਿਉਂਕਿ ਇਹ ਇੰਡਸਟਰੀ ਇੱਥੇ ਵੱਧ ਤੋਂ ਵੱਧ ਕੰਟਰੀਬਿਊਸ਼ਨ ਦਿੰਦੀ ਹੈ GDP ਦੇ ਵਿੱਚ ਵੀ। ਤੇ ਪ੍ਰੋਸੈਸ ਇਹ ਹੈ ਕਿ ਜਦੋਂ ਕਿਸੇ ਨੇ ਕੋਈ ਘਰ ਵੇਚਣਾ ਹੁੰਦਾ ਹੈ, ਫੋਰ ਐਗਜ਼ਾਮਪਲ ਉਹਦੀ ਕੋਈ ਨੀਡ ਹੈ ਘਰ ਵੇਚਣ ਦੀ, ਤੇ ਉਹ ਆਪਣੇ ਲੋਕਲ ਏਰੀਆ ਦੇ ਰੀਅਲ ਐਸਟੇਟ ਏਜੰਟਸ ਨੂੰ ਇਨਵਾਈਟ ਕਰਦਾ, ਇਨਵੀਟੇਸ਼ਨ ਦਿੰਦਾ, ਉਹ ਵੇਖਦਾ ਕਿਹੜੇ ਏਜੰਟਸ ਜਿਹੜੇ ਹੈਗੇ ਬਹੁਤ ਵਧੀਆ ਪਰਫਾਰਮ ਕਰ ਰਹੇ ਨੇ ਇਸ ਲੋਕਲ ਲੋਕੈਲਿਟੀ ਦੇ ਵਿੱਚ, ਤੇ ਉਹ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਇੰਟਰਵਿਊ ਕਰਦਾ, ਉਹਨਾਂ ਦੀ ਰਾਏ ਲੈਂਦੇ ਆ, ਉਹਨਾਂ ਨੂੰ ਆਪਣਾ ਘਰ ਵਿਖਾਉਂਦੇ ਆ, ਉਹਨਾਂ ਦੀ ਰਾਏ ਲੈਂਦੇ ਕਿ ਇਹ ਮਾਰਕੀਟ ਜਿਹੜੀ ਆ ਸਮਾਂ ਸਹੀ ਹੈ ਵੇਚਣ ਵਾਸਤੇ ਕਿ ਨਹੀਂ, ਸਮਾਂ ਵਧੀਆ, ਹੋਰ ਕੀ ਉਹ ਰੈਨੋਵੇਸ਼ਨਸ ਕਰ ਸਕਦੇ ਨੇ ਘਰ ਦੇ ਵਿੱਚ ਜੋ ਕਿ ਇਹਦਾ ਪ੍ਰਾਈਸ ਜਿਹੜਾ ਉਹ ਥੋੜਾ ਬਹੁਤ ਲਿਫਟ ਅਪ ਵੀ ਹੋ ਸਕਦਾ ਹੈ ਜਾਂ ਉਹਨਾਂ ਨੂੰ ਕੁਝ ਐਕਸਟਰਾ ਪ੍ਰਾਈਸ ਮਿਲ ਜਾਵੇ ਉਹ ਛੋਟੀ ਮੋਟੀ ਰੈਨੋਵੇਸ਼ਨਸ ਕਰਕੇ। ਤੇ ਉਹਦੇ ਵਿੱਚ ਉਹਨਾਂ ਦੀ ਫੀਸ ਵੀ ਹੁੰਦੀ ਹੈ ਤੇ ਵੱਖ-ਵੱਖ ਰੀਅਲ ਐਸਟੇਟ ਏਜੰਟਸ ਦਾ ਆਪਣਾ ਐਕਸਪੀਰੀਅੰਸ ਹੁੰਦਾ ਹੈ ਤੇ ਡਿਫਰੈਂਟ ਫੀਸ ਹੁੰਦੀ ਹੈ, ਕਿਸੇ ਦੀ ਵੀ ਸੇਮ ਫੀਸ ਨਹੀਂ ਹੁੰਦੀ, ਸਮਟਾਈਮਸ ਸੇਮ ਹੁੰਦੀ, ਸਮਟਾਈਮਸ ਨਹੀਂ ਹੁੰਦੀ। ਤੇ ਉਸ ਤੋਂ ਬਾਅਦ ਪ੍ਰਾਪਰਟੀ ਜਿਹੜੀ ਹੈ ਉਹਦੀ ਫੋਟੋਗ੍ਰਾਫੀ ਹੁੰਦੀ ਹੈ, ਉਹਦੀ ਮਾਰਕੀਟਿੰਗ ਹੁੰਦੀ ਹੈ ਤੇ ਹਰੇਕ ਰੀਅਲ ਐਸਟੇਟ ਏਜੰਟ ਦਾ ਡਿਫਰੈਂਟ ਤਰੀਕਾ ਹੁੰਦਾ, ਜ਼ਰੀਆ ਹੁੰਦਾ ਕੰਮ ਕਰਨ ਦਾ, ਪ੍ਰੋਸੈਸ ਹੁੰਦਾ। ਤੇ ਉਸ ਤੋਂ ਬਾਅਦ ਉਹ ਇੱਕ ਵੈਬਸਾਈਟ ਹੈਗੀ ਆਸਟ੍ਰੇਲੀਆ ਦੇ ਵਿੱਚ ਜਿਹਨੂੰ ਕਹਿੰਦੇ ਆ realestate.com, RE ਆਸਟ੍ਰੇਲੀਆ, ਜੋ ਕਿ ਸਭ ਤੋਂ ਜ਼ਿਆਦਾ ਡੋਮੀਨੇਟਿੰਗ ਵੈਬਸਾਈਟ ਹੈ। ਉਸ ਤੋਂ ਬਾਅਦ ਜਿਹੜੀ ਆਉਂਦੀ ਹੈ domain.com ਆਉਂਦੀ ਹੈ। ਇਸ ਤਰ੍ਹਾਂ ਦੀ 8 ਵੈਬਸਾਈਟਸ ਹੈਗੀਆਂ ਆਸਟ੍ਰੇਲੀਆ ਦੇ ਵਿੱਚ ਜੇ ਕਿ ਪ੍ਰਾਪਰਟੀ ਦੀ ਐਡਵਰਟੀਜ਼ਮੈਂਟ ਕਰਦੀਆਂ। ਜਿਹਨੇ ਕੋਈ ਪ੍ਰਾਪਰਟੀ ਖਰੀਦਣੀ ਹੈ, ਖਰੀਦਦਾਰ ਹੈ, ਮੰਨ ਲਓ ਤੁਸੀਂ ਕੋਈ ਘਰ ਲੈਣਾ ਤਾਂ ਤੁਸੀਂ ਆਨਲਾਈਨ ਜਾ ਕੇ ਉਹਦੇ ਵਿੱਚ ਆਪਣੀ ਜੋ ਵੀ ਰਿਕੁਆਇਰਮੈਂਟਸ ਹੈਗੀਆਂ, 4 ਬੈਡਰੂਮ 2 ਬਾਥਰੂਮਸ, ਕੁਝ ਵੀ ਹੈ ਨਾ, ਤੁਸੀਂ ਦੇਖ ਸਕਦੇ ਹੋ ਫਲਾਣੇ ਸਬਰਬ ਦੇ ਵਿੱਚ। ਮੰਨ ਲਓ ਤੁਸੀਂ ਦੇਖਣਾ ਵਿੰਡਮ ਵੇਲ ਦੇ ਵਿੱਚ ਕੋਈ ਘਰ ਵੇਖ ਰਹੇ ਹੋ, ਤੁਸੀਂ ਐਗਜ਼ਾਮਪਲ ਵੈਸਟਰਨ ਸਬਰਬਸ ਹੈ ਮੈਲਬਰਨ ਦਾ, ਤੇ ਤੁਸੀਂ ਉੱਥੇ ਜਾ ਕੇ ਸਰਚ ਕਰ ਸਕਦੇ ਹੋ ਤੇ ਉਹਦੇ ਪ੍ਰਾਈਸ ਲਿਖੇ ਹੁੰਦੇ ਆ। ਹੁਣ ਹਰ ਸਟੇਟ ਦੇ ਵਿੱਚ ਵੱਖਰਾ ਵੱਖਰਾ ਲਾਅ ਵੀ ਹੈਗਾ। ਹਰੇਕ ਸਟੇਟ ਦਾ ਜਿਹੜਾ ਰੀਅਲ ਐਸਟੇਟ ਲਾਅ ਹੈ ਇਨ ਟਰਮਸ ਆਫ ਐਸਟੇਟ ਏਜੰਟਸ ਐਕਟ ਜਿਹਨੂੰ ਕਹਿੰਦੇ ਆ, ਉਹ ਸਾਰਿਆਂ ਦਾ ਵੱਖਰਾ ਹੈ। ਵਿਕਟੋਰੀਆ ਦੇ ਵਿੱਚ ਟੋਟਲੀ ਡਿਫਰੈਂਟ ਹੈ, ਨਿਊ ਸਾਊਥ ਵੇਲਸ ਦਾ ਡਿਫਰੈਂਟ ਹੈ। ਤੇ ਐਜ਼ ਅ ਬਾਇਰ ਤੁਸੀਂ ਉੱਥੇ ਜਾ ਕੇ ਆਪਣੀ ਇਨਕੁਆਇਰੀ ਸਬਮਿਟ ਕਰਦੇ ਹੋ,
ਫਿਰ ਤੁਸੀਂ ਆਪਣਾ ਇਨਸਪੈਕਸ਼ਨ ਕਰਨ ਦੀ ਰਿਕੁਐਸਟ ਕਰਦੇ ਹੋ ਏਜੰਟ ਨੂੰ ਵਾਇਆ ਕਾਲ ਔਰ ਵਾਇਆ ਈਮੇਲ, ਤੇ ਉਸ ਤੋਂ ਬਾਅਦ ਜਦੋਂ ਤੁਸੀਂ ਘਰ ਇਨਸਪੈਕਟ ਕਰ ਲੈਂਦੇ ਹੋ, ਨਾਓ ਜੀ ਦੈਟ ਇਜ਼ ਦ ਮੇਨ ਥਿੰਗ, ਤੁਸੀਂ ਨੈਗੋਸੀਏਸ਼ਨ ਸਟਾਰਟ ਕਰਦੇ ਹੋ। ਤੁਹਾਨੂੰ ਇੱਕ ਲੀਗਲ ਪ੍ਰੈਕਟੀਸ਼ਨਰ ਵੀ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਰੂਰੀ ਹੈ, ਕਿਉਂਕਿ ਕਾਫੀ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ, ਜਿਹੜੇ ਫਸਟ ਹੋਮ ਬਾਇਰਸ ਹੁੰਦੇ ਆ, ਕਿ ਲੀਗਲ ਪ੍ਰੈਕਟੀਸ਼ਨਰ ਕਾਹਦੇ ਵਾਸਤੇ ਚਾਹੀਦਾ ਸਾਨੂੰ। ਉਹ ਕਹਿੰਦੇ ਭਾਜੀ ਤੁਸੀਂ ਕੰਟਰੈਕਟ ਸਾਈਨ ਕਰਾਓ, ਤੇ ਸਾਨੂੰ ਤਾਂ ਚਾਹੀਦਾ ਨਹੀਂ ਕੋਈ ਲੀਗਲ। ਬਟ ਆਸਟ੍ਰੇਲੀਆ ਦੀ ਰਿਕੁਆਇਰਮੈਂਟ ਹੈ ਕਿ ਇੱਕ ਕਨਵੈਂਸਰ, ਉਹਨੂੰ ਲੀਗਲ ਵਰਡਸ ਦੇ ਵਿੱਚ ਕਨਵੈਂਸਰ ਬੋਲਦੇ ਆ, ਜਿਹੜਾ ਕਿ ਪ੍ਰਾਪਰਟੀ ਦਾ ਟਾਈਟਲ, ਜਿਹੜਾ ਇੰਡੀਆ 'ਚ ਆਪਾਂ ਉਹਨੂੰ ਰਜਿਸਟਰੀ ਕਹਿੰਦੇ, ਪੰਜਾਬ 'ਚ ਅਸੀਂ ਰਜਿਸਟਰੀ ਕਹਿੰਦੇ ਆ, ਉਹ ਟਾਈਟਲ ਪੁਰਾਣੇ ਓਨਰ ਤੋਂ ਨਵੇਂ ਓਨਰ ਦੇ ਨਾਮ ਤੇ ਟ੍ਰਾਂਸਫਰ ਕਰਦਾ, ਤੇ ਬੈਂਕ ਤੋਂ ਜਿਹੜਾ ਵੀ ਪੈਸਾ ਉਹਨਾਂ ਨੇ ਲੋਨ ਲਿਆ ਤੇ ਉਹਨਾਂ ਨੂੰ ਟ੍ਰਾਂਸਫਰ ਕਰਨ ਤੇ ਮਦਦ ਕਰਦਾ। ਤੇ ਬਾਕੀ ਉਹ ਚੈੱਕ ਵੀ ਕਰਦੇ ਨੇ ਕਿ ਸਾਰੇ ਕਾਗਜ਼ ਜਿਹੜੇ ਸਾਈਨ ਕੀਤੇ ਹੈ ਉਹ ਸਾਰੇ ਅਕੋਰਡਿੰਗ ਟੂ ਵਿਕਟੋਰੀਅਨ ਲਾਅ ਜਾਂ ਨਿਊ ਸਾਊਥ ਵੇਲਸ ਲਾਅ, ਜੋ ਵੀ ਆਸਟ੍ਰੇਲੀਅਨ ਲਾਅ ਦੇ ਅਕੋਰਡਿੰਗਲੀ ਹੈਗੇ, ਉਹ ਉਹਨਾਂ ਦੇ ਅਕੋਰਡਿੰਗਲੀ ਹੈਗੇ ਕਿ ਨਹੀਂ ਹੈ। ਕਈ ਵਾਰੀ ਉਹਨਾਂ ਦੇ ਵਿੱਚ ਕੁਝ ਕੰਡੀਸ਼ਨਸ ਵੀ, ਸ਼ਰਤਾਂ ਵੀ ਹੁੰਦੀਆਂ ਪਰਚੇਜ਼ਰ ਦੀ, ਵੈਂਡੋਰ ਦੀ, ਕਿ ਫਲਾਣੀ ਚੀਜ਼ ਮੈਂ ਆਪਣੇ ਨਾਲ ਲੈ ਕੇ ਜਾਊਂਗਾ, ਫਲਾਣੀ ਚੀਜ਼ ਮੈਂ ਰੱਖ ਕੇ ਜਾਊਂਗਾ। ਪ੍ਰੋਪਰਟੀ ਜਿਹੜੇ ਫਿਕਸ ਫਿਕਸਚਰਸ ਹੋ ਗਏ ਆ, ਜਿਵੇਂ ਫੈਨਸ ਹੋ ਗਏ ਆ, ਜਿਵੇਂ ਕੋਈ 에ਅਰ ਕੰਡੀਸ਼ਨ ਹੋ ਗਿਆ, ਜਿਵੇਂ ਕੋਈ ਫਿਟਡ ਵਾਲ ਹੀਟਰ ਹੋ ਗਿਆ, ਤੇ ਸਮ ਟਾਈਮਸ ਲੋਕ ਕਹਿੰਦੇ ਆ ਅਸੀਂ ਨਾਲ ਲੈ ਕੇ ਜਾਣਾ, ਤੇ ਉਹ ਸਾਰੀ ਕੰਡੀਸ਼ਨ, ਸ਼ਰਤਾਂ ਉਹਦੇ ਵਿੱਚ ਹੁੰਦੀਆਂ, ਤੇ ਉਹ ਮੇਕ ਸ਼ੋਰ ਕਰਦੇ ਆ ਕਨਵੈਂਸਰਸ ਕਿ ਜਦੋਂ ਪ੍ਰਾਪਰਟੀ ਨਵੇਂ ਓਨਰ ਦੇ ਨਾਂ ਜਾਂਦੀ ਹੈ ਤੇ ਉਹ ਸਾਰੀ ਸ਼ਰਤਾਂ ਜਿਹੜੀਆਂ ਉੱਥੇ ਉਹ ਉਹਨਾਂ ਨੂੰ ਕੰਪਲੀਟ ਕਰਦਾ ਓਨਰ, ਨਹੀਂ ਤਾਂ ਪ੍ਰਾਪਰਟੀ ਸੈਟਲ ਨਹੀਂ ਹੁੰਦੀ। ਠੀਕ ਹੈ ਸਰ, ਅਸੀਂ ਆਪਣੇ ਦਰਸ਼ਕਾਂ ਨੂੰ ਜੀ ਬਰੀਫ ਜੀ ਜਾਂ ਮੈਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਲਗਾਤਾਰ ਜਿਹੜੇ ਤਨੇ ਚੰਦ ਜੀ ਦੱਸ ਰਹੇ ਨੇ, ਤਨੇ ਚੰਦ ਜੀ ਨੇ ਬਹੁਤ ਛੋਟੀ ਉਮਰ ਤੋਂ ਹੀ ਆਪਣਾ ਕੰਮ ਜਿਹੜਾ ਸੀ ਸ਼ੁਰੂ ਕੀਤਾ ਸੀ, ਔਰ ਵੱਖ-ਵੱਖ ਕੰਮ ਕਰਦੇ ਹੋਏ ਰੀਅਲ ਐਸਟੇਟ ਵਿੱਚ ਪਹੁੰਚੇ ਨੇ, ਔਰ ਆਪਣੀ ਇੱਕ ਫਰਮ ਜਿਹੜੀ ਹੈ ਐਸਟੈਬਲਿਸ਼ ਕੀਤੀ ਹੈਗੀ ਹੈ। ਤਨੇ ਚੰਦ ਜੀ, ਮੈਂ ਚਾਹਾਂਗਾ ਆਪਣੀ ਫਰਮ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ, ਆਪਣੇ ਸਫ਼ਰ ਬਾਰੇ ਵੀ ਜ਼ਰੂਰ ਦੱਸੋ, ਕਿਉਂਕਿ ਇੱਕ ਜਦੋਂ ਮਿਹਨਤੀ ਇਨਸਾਨ ਇੱਕ ਇੰਪਾਇਰ ਖੜਾ ਕਰਦਾ ਤਾਂ ਉਸਦੇ ਸਫ਼ਰ ਨੂੰ ਜਾਣਨਾ ਵੀ ਬੜਾ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਜਿਹੜੀਆਂ ਤੁਹਾਡੀ ਹਿੰਮਤ ਹੈਗੀ, ਜਿਹੜਾ ਤੁਹਾਡਾ ਹੌਸਲਾ ਹੈਗਾ, ਉਸ ਨੂੰ ਦੇਖਦੇ ਹੋਏ ਵੀ ਕਈ ਜਿਹੜੇ ਨੌਜਵਾਨ ਨੇ ਉਹ ਸਿੱਖਦੇ ਨੇ ਔਰ ਅੱਗੇ ਵਧਦੇ ਨੇ। ਇੱਥੇ ਐਜ਼ ਅ ਸਟੂਡੈਂਟ ਆਇਆ ਸੀ ਆਸਟ੍ਰੇਲੀਆ 'ਚ, ਰੀਅਲ ਐਸਟੇਟ 'ਚ ਆਉਣ ਦਾ ਮੇਰਾ ਕੋਈ ਵੀ ਪਲੈਨਿੰਗ ਨਹੀਂ ਸੀ, ਨਾ ਮੈਨੂੰ ਕੋਈ ਸੁਪਨਾ ਸੀਗਾ ਕਿ ਮੈਂ ਰੀਅਲ ਐਸਟੇਟ ਏਜੰਟ ਬਣਨਾ ਹੈ। ਬਟ ਐਜ਼ ਅ ਸਟੂਡੈਂਟ 2007 ਦੇ ਵਿੱਚ ਮੈਂ ਇੱਥੇ ਆਇਆ, ਤੇ ਮੈਂ ਮੋਟਰ ਮੈਕੈਨਿਕ ਦਾ ਕੋਰਸ ਕਰਕੇ ਮੈਂ ਨਾਲ ਮੈਂ ਆਪਣੀ ਫੀਸ ਭਰਨ ਵਾਸਤੇ ਮੈਂ ਡੋਰ ਟੂ ਡੋਰ ਸੇਲਸ ਕਰਦਾ ਹੁੰਦਾ ਸੀ ਟੈਲਸਟਰਾ ਵਾਸਤੇ, ਇੱਕ ਜਿਹੜੀ ਟੈਲੀਕਮਿਊਨੀਕੇਸ਼ਨ ਕੰਪਨੀ ਹੈ, ਤੇ ਉਹ ਕਮਿਸ਼ਨ ਬੇਸਡ ਹੁੰਦੀ ਸੀ, ਤੇ ਕੋਈ ਬੇਸਿਕ ਵੇਜਿਸ ਨਹੀਂ ਮਿਲਦੀਆਂ ਇੱਥੇ, ਤੇ ਜੇ ਅਸੀਂ ਸੈਲ ਕਰਦੇ ਹਾਂ ਤਾਂ ਸਾਨੂੰ ਕਮਿਸ਼ਨ ਮਿਲਦਾ ਹੁੰਦਾ ਸੀ। ਤੇ ਉਸ ਤੋਂ ਇਲਾਵਾ ਵੀ ਮੇਰੀ ਪਹਿਲੀ ਜੌਬ ਇੱਥੇ ਕਾਰ ਵਾਸ਼ ਸੀਗੀ, ਫਿਰ ਉਸ ਤੋਂ ਬਾਅਦ ਮੈਂ ਕਲੀਨਿੰਗ ਕੀਤੀ, ਤੇ ਵੱਖਰੀਆਂ ਜਿਹੜੀ ਲੋ ਪੇਡ ਜੌਬਸ ਹੁੰਦੀਆਂ ਉਹ ਕਰਕੇ। ਤੇ ਇੱਕ ਟਾਈਮ ਆਇਆ ਸੀ ਲਾਈਫ ਦੇ ਵਿੱਚ ਜਦੋਂ ਮੈਂ ਸੈਂਸਿਸ, ਇੱਕ ਕੰਪਨੀ ਹੈਗੀ ਇੱਥੇ ਕਾਲ ਸੈਂਟਰ ਆ, ਮੀਡੀਆ ਸੇਲਸ ਦਾ ਐਡਵਰਟਾਈਜ਼ਮੈਂਟ ਕੰਪਨੀ, ਤੇ ਮੈਂ ਉੱਥੇ ਕੰਮ ਕਰਦਾ ਹੁੰਦਾ ਸੀ, ਤੇ ਮੈਨੂੰ ਹੁੰਦਾ ਸੀ ਕਿ ਬਈ ਮੈਂ $55,000 ਪਰ ਈਅਰ ਦੀ ਵੇਜਿਸ ਨਾਲ ਮੈਂ ਮਤਲਬ ਹੈਪੀ ਨਹੀਂ ਹੈ, ਕਿਉਂਕਿ ਮੈਂ ਇੱਕ ਮੀਡੀਅਮ ਪਰਿਵਾਰ ਤੋਂ ਬਿਲੋਂਗ ਕਰਦਾ ਸੀ, ਸਾਡੇ ਘਰ ਦੀ ਵੀ ਲੋੜਾਂ ਸੀਗੀਆਂ, ਤੇ ਮੈਨੂੰ ਸੀਗਾ ਕਿ ਮੈਂ ਲਾਈਫ ਦੇ ਵਿੱਚ, ਦੁਨੀਆ ਦੇ ਵਿੱਚ ਕੁਝ ਆਇਆ ਤਾਂ ਮੈਂ ਕੁਝ ਕਰਕੇ ਜਾਵਾਂ, ਮੈਂ ਆਪਣੇ ਯੂਥ ਲਈ ਕੁਝ ਕਰਾਂ, ਜਾਂ ਆਪਣੇ ਲਈ ਕਰਾਂ, ਆਪਣੇ ਪਰਿਵਾਰ ਲਈ ਕਰਾਂ। ਤੇ ਇਹ ਮੇਰਾ ਇੱਕ ਡ੍ਰੀਮ ਹੁੰਦਾ ਸੀ, ਤੇ ਮੈਂ ਸੋਚਿਆ ਕਿ ਮੈਂ ਕਿਉਂ ਨਾ ਮੈਂ ਕੋਰੀਅਰ ਕਰ ਲਾਂ, ਟਰੱਕ ਕਰ ਲਾਂ। ਤਾਂ ਜਦੋਂ ਮੈਂ ਟਰੱਕ ਕਰਨ ਗਿਆ ਤੇ ਫਿਰ ਮੈਂ ਬਿਮਾਰ ਹੋ ਗਿਆ, ਉਸ ਤੋਂ ਬਾਅਦ ਮੇਰੀ ਹੈਲਥ ਵੀ ਕਾਫੀ ਖਰਾਬ ਹੋਈ, ਮੈਂ ਡਿਪਰੈਸ਼ਨ 'ਚ ਵੀ ਗਿਆ, ਲਾਈਫ ਦੇ ਕੁਝ ਇਨਸੀਡੈਂਟਸ ਵੀ ਇੱਦਾਂ ਦੇ ਹੋਏ ਕਿ ਮੈਂ ਹਿੰਮਤ ਛੱਡ ਕੇ ਬੈਠ ਗਿਆ ਸੀ, ਕਿ ਮੈਨੂੰ ਸੀਗਾ ਕਿ ਲਾਈਫ ਇੱਥੇ ਹੀ ਐਂਡ ਹੈ। ਤੇ ਮੈਂ ਇੱਕ ਟਾਈਮ ਵੀ ਆਇਆ ਸੀ ਕਿ ਜਿੱਥੇ ਮੇਰੇ ਮਨ 'ਚ ਲਾਈਫ ਨੂੰ ਖਤਮ ਕਰਨ ਦੇ ਵੀ ਖਿਆਲ ਮੇਰੇ ਆਉਂਦੇ ਹੁੰਦੇ ਸੀ, ਤੇ ਡਾਕਟਰਸ ਮੈਨੂੰ ਕਹਿੰਦੇ ਸੀ ਕਿ ਰੀਹੈਬਿਲਿਟੇਸ਼ਨ ਸੈਂਟਰ ਤੇ ਇਹਨੂੰ ਲੈ ਕੇ ਜਾਓ। ਬਟ ਜੀ ਉਸ ਤੋਂ ਬਾਅਦ ਸਾਡੇ ਇੱਕ ਮਤਲਬ ਨੋਨ ਫੈਮਿਲੀ ਫਰੈਂਡਸ ਹੈਗੇ ਆ, ਤੇ ਅੰਕਲ ਹੈਗੇ ਮੇਰੇ, ਉਹਨਾਂ ਨੇ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ, ਤੇ ਉਹਨਾਂ ਨੂੰ ਮੈਨੂੰ ਪੜ੍ਹਾਉਣਾ ਸ਼ੁਰੂ ਕੀਤਾ। ਮੈਂ ਪੜ੍ਹਿਆ, ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਫੈਨ ਬਣਿਆ, ਮੈਂ ਉਹਨਾਂ ਦੇ ਰਸਤੇ 'ਤੇ ਚੱਲਿਆ, ਤੇ ਉਤੋਂ ਮੈਨੂੰ ਹਿੰਮਤ ਆਈ, ਤੇ ਮੈਂ ਉਹ ਸਾਰੇ ਡਿਪਰੈਸ਼ਨ ਤੋਂ ਬਾਹਰ ਨਿਕਲ ਕੇ ਫਿਰ ਮੈਂ ਰੀਅਲ ਐਸਟੇਟ 'ਚ ਆਇਆ। ਜਦੋਂ ਮੈਂ ਰੀਅਲ ਐਸਟੇਟ 'ਚ ਆਇਆ ਤੇ ਰਿਲਾਇੰਸ ਰੀਅਲ ਐਸਟੇਟ ਨੇ ਮੈਨੂੰ ਹਾਇਰ ਕੀਤਾ ਉੱਥੇ, ਤੇ ਹੈਗੇ ਸਾਡੇ ਪ੍ਰਿੰਸੀਪਲ ਸੁਨੀਲ ਭਾਜੀ, ਤੇ ਬਹੁਤ ਘੱਟ ਲੋਕ ਹੁੰਦੇ ਜਿਹੜੇ ਸਪੋਰਟ ਕਰਦੇ ਆ, ਉਹਨਾਂ ਨੇ ਮੈਨੂੰ ਸਪੋਰਟ ਦਿੱਤੀ, ਸਾਰਾ ਕੁਝ ਉਹਨਾਂ ਨੇ ਸਿਖਾਇਆ। ਉਸ ਤੋਂ ਬਾਅਦ ਹਿੰਮਤ ਕਰਦੇ ਪਹਿਲਾ ਘਰ ਵੇਚਿਆ, ਦੂਸਰਾ ਘਰ ਵੇਚਿਆ, ਤੇ ਬਸ ਉਸ ਤੋਂ ਬਾਅਦ ਮਤਲਬ ਰੱਬ ਨੇ ਹਮੇਸ਼ਾ ਸਾਥ ਦਿੱਤਾ। ਕੀ ਬਾਤ ਹੈ, ਕੀ ਬਾਤ ਹੈ। ਇਹ ਜਿਹੜਾ ਹੌਸਲਾ ਹੁੰਦਾ ਹੈ ਕਦੀ ਟੁੱਟੇ ਨਾ, ਕਿਉਂਕਿ ਇਹ ਹੌਸਲਾ ਜਿਹੜਾ ਹੈ ਅੱਗੇ ਵਧਣ ਦੀ ਸ਼ਕਤੀ ਜ਼ਰੂਰ ਦਿੰਦਾ ਹੈ। ਪਰਮਦੀਪ ਜੀ, ਤੁਹਾਡੇ ਕੋਲ ਆਵਾਂਗਾ। ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਪਰਮਦੀਪ ਜੀ ਸਾਡੀ ਚੜ੍ਹਦੀ ਕਲਾ ਟਾਈਮ ਟੀਵੀ ਦੀ ਨੁਮਾਇੰਦਗੀ ਵੀ ਕਰਦੇ ਨੇ ਆਸਟ੍ਰੇਲੀਆ ਵਿੱਚ, ਕੈਨਬਰਾ, ਨਿਊ ਸਾਊਥ ਵੇਲਸ ਵਿੱਚ। ਪਰਮਦੀਪ ਜੀ, ਅੱਜ ਤੁਹਾਡੇ ਨਾਲ ਪੱਤਰਕਾਰੀ ਦੀ ਅਸੀਂ ਗੱਲ ਨਹੀਂ ਕਰਾਂਗੇ, ਅੱਜ ਤੁਹਾਡੇ ਨਾਲ ਅਸੀਂ ਗੱਲ ਕਰਾਂਗੇ ਰੀਅਲ ਐਸਟੇਟ ਦੀ। ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਅਸੀਂ ਸਫ਼ਰ ਜਾਣਨਾ ਚਾਹਾਂਗੇ ਰੀਅਲ ਐਸਟੇਟ ਦਾ, ਕਿਉਂਕਿ ਇਸ ਸਮੇਂ ਕੋਰੋਨਾ ਦਾ ਮਾਹੌਲ ਵੀ ਚੱਲ ਰਿਹਾ ਹੈ,
कि रियल एस्टेट का बिजनेस अपनियां ਉਚਾਈਆਂ ਤੇ ਵਾਪਸ ਪਹੁੰਚ ਚੁੱਕਾ ਹੈ? ਕਿਉਂਕਿ ਪਿਛਲੇ ਕੁਝ ਮਹੀਨਿਆਂ ਦੀ ਗੱਲ ਕਰੀਏ ਤਾਂ ਕਾਫੀ ਡਾਮਾਡੋਲ ਰਿਹਾ ਹੈ ਬਿਜ਼ਨਸ। ਬਿਲਕੁਲ ਬਲਿੰਦਰ ਜੀ, ਜੇ ਗੱਲ ਕਰੀਏ, ਸਭ ਤੋਂ ਪਹਿਲਾਂ ਮੈਂ ਤਨੇ ਜੀ ਦਾ ਪਹਿਲਾਂ ਧੰਨਵਾਦ ਕਰਨਾ ਚਾਹੂੰਗਾ ਕਿ ਸਾਡੇ ਸੱਦੇ ਦੇ ਉੱਪਰ ਜਿਹੜਾ ਸਾਡੇ ਨਾਲ ਜੁੜੇ ਨੇ। ਤੇ ਜੇ ਗੱਲ ਕਰੀਏ ਰੀਅਲ ਐਸਟੇਟ ਦੇ ਸਫ਼ਰ ਦੀ, ਜੁੜਨਾ ਜਿਹੜਾ ਜਿੱਦਾਂ ਤਨੇ ਜੀ ਨੇ ਕਿਹਾ ਕਿ ਜਿਹੜੇ ਇੱਥੇ ਆਸਟ੍ਰੇਲੀਆ ਦੇ ਵਿੱਚ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਤੁਹਾਨੂੰ ਆਪਣਾ ਕਹਿ ਲਓ ਕਿ ਤੁਹਾਡੀ ਬਾਹ ਫੜਦੇ ਨੇ, ਤੁਹਾਨੂੰ ਆਪਣੇ ਨਾਲ ਬਰਾਬਰ ਖਿੱਚ ਕੇ ਲੈ ਕੇ ਆਉਂਦੇ ਨੇ। ਸੋ ਅਜਿਹਾ ਇੱਕ ਕਹਿ ਲਓ ਕਿ ਵਾਕਿਆ ਸੀ ਮੇਰੇ ਨਾਲ ਵੀ ਕਿ ਮੈਨੂੰ ਜਿਹੜੀ ਸਲਾਹ ਦਿੱਤੀ ਗਈ ਕਿ ਤੁਸੀਂ ਰੀਅਲ ਐਸਟੇਟ ਦੇ ਵਿੱਚ ਆਓ। ਤੇ ਅਜੇ ਕੁਮਾਰ ਜਿਹੜੇ ਸਾਡੇ ਡਾਇਰੈਕਟਰ ਪ੍ਰਿੰਸੀਪਲ ਨੇ, ਹਾਰਕੋਰਟਸ ਬੈਲਕੋਨਨ ਸਾਡੀ ਜਿਹੜੀ ਰੀਅਲ ਐਸਟੇਟ ਫਰਮ ਹੈ ਉਹਦਾ ਨਾਮ ਹੈ ਜੀ, ਤੇ ਕੰਪਨੀ ਦੇ ਵਿੱਚ ਲੈ ਕੇ ਆਏ। ਤੇ ਕੋਰਸ ਜਿਹੜਾ ਰੀਅਲ ਐਸਟੇਟ ਦਾ, ਕਿਉਂਕਿ ਬਕਾਇਦਾ ਇੱਥੇ ਕੋਰਸ ਹੁੰਦੇ ਨੇ, ਕਹਿ ਲਓ ਕਿ ਭਾਰਤ ਨਾਲੋਂ ਜਾਂ ਬਾਕੀ ਕੰਟਰੀਜ਼ ਨਾਲੋਂ, ਜਿਵੇਂ ਗੱਲ ਕੀਤੀ ਤਾਂ ਨੇ ਜੈਨ ਨੇ ਕਿ ਕਾਫੀ ਫਰਕ ਹੈ ਆਸਟ੍ਰੇਲੀਆ ਦੇ ਵਿੱਚ। ਲਾਇਸੈਂਸਿੰਗ ਹੁੰਦੀ ਆ ਪ੍ਰੋਪਰ, ਤੇ ਕੁਝ ਜਿਵੇਂ ਕਹਿ ਲਈਏ ਕਿ ਜਿਵੇਂ ਹੁਣ ਤਨੇ ਜੈਨ ਨੇ, ਇਹ ਫੁੱਲੀ ਲਾਇਸੈਂਸਡ ਏਜੰਟ ਨੇ। ਤੇ ਮੈਂ ਕਿਉਂਕਿ ਹਜੇ ਮੈਂ ਨਵਾਂ ਆ, ਤਾਂ ਇਸੇ ਕਰਕੇ ਮੈਂ ਆਪਣੇ ਨਾਲ ਜਿਹੜਾ ਸੇਲਸ ਪਰਸਨ ਉਹ ਲਗਾਉਣਾ ਜੀ, ਡਿਊ ਟੂ ਲੀਗਲ ਜਿਹੜੇ ਰਿਕੁਆਇਰਮੈਂਟਸ ਹੁੰਦੀਆਂ ਨੇ। ਤੇ ਫਿਰ ਜਿੱਦਾਂ ਜਿੱਦਾਂ ਤੁਹਾਡਾ ਤਜਰਬਾ ਵੱਧਦਾ ਜਾਂਦਾ ਰੀਅਲ ਐਸਟੇਟ ਦੇ ਵਿੱਚ, ਉਵੇਂ ਉਵੇਂ ਜਿਹੜਾ ਤੁਹਾਡਾ ਕਹਿ ਲਈਏ ਕਿ ਲਾਇਸੈਂਸ ਜਿਹੜਾ ਤੁਸੀਂ ਅਪਗ੍ਰੇਡ ਵੀ ਜਿਹੜਾ ਉਹ ਕਰ ਸਕਦੇ ਹੋ। ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ। ਜਿੱਥੋਂ ਤੱਕ ਗੱਲ ਹੈ ਕਿ ਕੋਵਿਡ ਦੇ ਮਾਹੌਲ ਦੇ ਵਿੱਚ ਹਰ ਇੱਕ ਸਟੇਟ ਦੇ ਵਿੱਚ ਅਲੱਗ ਤਰ੍ਹਾਂ ਦਾ ਕਹਿ ਲਈਏ ਕਿ ਰੀਅਲ ਐਸਟੇਟ ਦੀ ਮਾਰਕੀਟ ਦਾ ਵੀ ਰਿਸਪੌਂਸ ਰਿਹਾ ਜੀ। ਜੇ ਗੱਲ ਕਰੀਏ ਕੈਨਬਰਾ ਦੀ, ਜਿੱਥੋਂ ਮੈਂ ਬਿਲੋਂਗ ਕਰਦਾ, ਤਾਂ ਕੈਨਬਰਾ ਦੀ ਮਾਰਕੀਟ ਜਿਹੜੀ ਹੈ ਉਹਦੇ ਤੇ ਅਸਰ ਜ਼ਰੂਰ ਪਿਆ। ਪਰ ਜੇ ਬਾਕੀ ਸੂਬਿਆਂ ਦੇ ਹਿਸਾਬ ਨਾਲ ਦੇਖੀਏ ਤਾਂ ਸਾਡੇ ਇੱਥੇ ਕੈਨਬਰਾ ਦੀ ਜਿਹੜੀ ਲੋਕਲ ਮਾਰਕੀਟ ਹੈ ਰੀਅਲ ਐਸਟੇਟ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਰਹੀ ਹੈ। ਦੂਸਰੀ ਗੱਲ ਹੁੰਦੀ ਹੈ, ਤਨੇ ਜੈਨ ਨੇ ਪਹਿਲਾਂ ਕਲੀਅਰ ਕੀਤਾ, ਏਜੰਟ ਟੂ ਏਜੰਟ ਵੀ ਜਿਹੜਾ ਇਹ ਬਹੁਤ ਜ਼ਿਆਦਾ ਮੈਟਰ ਕਰਦੀ ਹੈ। ਕਿਉਂਕਿ ਜਿਹੜੀ ਇਹਨਾਂ ਦੀ ਕਹਿ ਲਈਏ ਕਿ ਨਾਮ ਹੈ ਜਿਹੜਾ, ਜਾਂ ਇਹਨਾਂ ਦਾ ਜੋ ਇਸ ਵੇਲੇ ਮੁਕਾਮ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕਹਿ ਲਈਏ ਕਿ ਸਥਾਨ ਜਿਹੜਾ ਉਹ ਰੱਖਦੇ ਨੇ। ਤੇ ਇਹਨਾਂ ਦੀ ਮਿਹਨਤ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਬੋਲਦੀ ਹੈ। ਸੋ ਉਹ ਮਿਹਨਤ ਜਿੰਨੀ ਕੁ ਏਜੰਟ ਇਸ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਜੇ ਕਹਿ ਦਈਏ, ਪਿਓਰ ਪੰਜਾਬੀ ਦੇ ਵਿੱਚ ਕਿ ਜਿੰਨਾ ਗੁੜ ਪਾਉਂਗੇ ਉਹਨਾਂ ਮਿੱਠੇ ਵਾਲੀ ਗੱਲ ਹੈ ਜੀ। ਰੀਅਲ ਐਸਟੇਟ ਦੇ ਵਿੱਚ ਤੁਹਾਨੂੰ ਬਿਲਕੁਲ ਜਾ ਕੇ ਜਿਹੜਾ ਡੋਰ ਨੌਕਸ ਦੀ ਗੱਲ ਕੀਤੀ ਹੈ, ਜਿਹੜੇ ਦਰਵਾਜ਼ੇ ਘਰ ਇੱਕ ਤੋਂ ਦੂਸਰੇ ਦਰਵਾਜ਼ੇ ਜਾ ਕੇ ਤੁਸੀਂ ਇੱਥੇ ਡੋਰ ਨੌਕਸ ਕਰਦੇ ਹੋ। ਜੇ ਮੈਂ ਇੱਕ ਨਵੇਂ ਏਜੰਟ ਦੀ ਗੱਲ ਕਰਾਂ, ਇੱਕ ਸਥਾਪਿਤ ਏਜੰਟ ਹੈ ਜਿਹੜਾ, ਉਹਨਾਂ ਦਾ ਤੇ ਨਵੇਂ ਏਜੰਟ ਦਾ ਕਾਫੀ ਕਹਿ ਲਓ ਕਿ ਗੱਲਾਂ ਦੇ ਵਿੱਚ ਫਰਕ ਹੁੰਦਾ। ਤੇ ਜਿਹੜੇ ਇੱਕ ਨਵੇਂ ਏਜੰਟ ਨੇ, ਜੇ ਉਹਨਾਂ ਦੇ ਸਫ਼ਰ ਦੀ ਅਸੀਂ ਗੱਲ ਕਰੀਏ ਤਾਂ ਲੈਟਰ ਬਾਕਸ ਡ੍ਰੌਪਸ ਜਿਹੜੀਆਂ ਹੁੰਦੀਆਂ ਨੇ, ਇੱਕ ਤੁਸੀਂ ਚਿੱਠੀ ਜਿਹੜੀ ਹੈ, ਇੱਕ ਕਹਿ ਲਓ ਕਿ ਆਪਣੀ ਜਾਣ ਪਛਾਣ ਜਿਹੜੀ ਹੈ, ਇੱਕ ਏਰੀਆ ਪਹਿਲਾਂ ਚੁਣਦੇ ਹੋ, ਉਸ ਏਰੀਏ ਦੇ ਵਿੱਚ ਚਿੱਠੀ ਰਾਹੀਂ ਜਿਹੜਾ ਤੁਹਾਡਾ ਸਫ਼ਰ ਜਿਹੜਾ ਉਹ ਸ਼ੁਰੂ ਹੁੰਦਾ। ਤੁਸੀਂ ਚਿੱਠੀ ਘਰ ਘਰ ਪਾਉਂਦੇ ਹੋ। ਉਸ ਤੋਂ ਬਾਅਦ ਫਿਰ ਉਸ ਏਰੀਏ ਦੇ ਵਿੱਚ ਤੁਸੀਂ ਡੋਰ ਨੌਕਸ ਕਰਦੇ ਹੋ, ਘਰ ਘਰ ਜਾ ਕੇ ਤੁਸੀਂ ਦਰਵਾਜ਼ਾ ਖੜਕਾ ਕੇ ਆਪਣੇ ਬਾਰੇ ਦੱਸਦੇ ਹੋ ਕਿ ਮੈਂ ਤੁਹਾਡੇ ਏਰੀਏ ਦੇ ਵਿੱਚ ਆਇਆ। ਇਸ ਤਰੀਕੇ ਦੇ ਨਾਲ ਜਿਹੜਾ ਮੇਰੀ ਰੀਅਲ ਐਸਟੇਟ ਜਿਹੜੀ ਆ ਕੰਪਨੀ ਦੇ ਬਾਰੇ ਦੱਸਦੇ ਹੋ, ਆਪਣੇ ਬਾਰੇ ਦੱਸਦੇ ਹੋ। ਤੇ ਉਹਨਾਂ ਦੇ ਘਰ ਦੀ ਫਿਰ ਇੱਕ ਤੁਸੀਂ ਇੱਕ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ CME, ਉਹ ਜਿਹੜੀ ਹੈ ਉਹ ਅਸੀਂ ਕਰਦੇ ਹਾਂ ਜੀ। ਜਿਹੜੀ ਕੰਪੈਰੀਟਿਵ ਮਾਰਕੀਟ ਐਨਾਲਿਸਿਸ ਜਿਹੜਾ ਹੁੰਦਾ CMA, ਉਹ ਅਸੀਂ ਕਰਕੇ ਉਹਨਾਂ ਨੂੰ ਦੱਸਦੇ ਹਾਂ ਕਿ ਇਹ ਤੁਹਾਡੀ ਜਿਹੜੀ ਪ੍ਰਾਪਰਟੀ ਹੈ ਉਹਦੀ ਇਸ ਵੇਲੇ ਕੀਮਤ ਮਾਰਕੀਟ ਦੇ ਵਿੱਚ ਜਿਹੜੀ ਐਦਾਂ ਦੀ ਹੈ। ਜੇ ਤੁਹਾਡਾ ਮਨ ਬਣਦਾ ਹੈ ਫਿਊਚਰ ਦੇ ਵਿੱਚ, ਕੋਈ ਓਬਲੀਗੇਸ਼ਨ ਨਹੀਂ ਹੁੰਦੀ। ਜ਼ਿਆਦਾਤਰ ਜਿਹੜੀਆਂ ਨੇ ਰੀਅਲ ਐਸਟੇਟ ਏਜੰਸੀਜ਼ ਜਿਹੜੀਆਂ ਨੇ ਜਾਂ ਏਜੰਟ ਜਿਹੜੇ ਆ, ਉਹ ਕਹਿ ਲਓ ਕਿ ਫ੍ਰੀ ਆਫ ਕਾਸਟ ਜਿਹੜੀ ਉਹ ਕਰਦੇ ਆ ਜੀ। ਤੇ ਜੇ ਉਹਨਾਂ ਦਾ ਭਵਿੱਖ ਦੇ ਵਿੱਚ ਕਿਤੇ ਕਹਿ ਲਓ ਕਿ ਮਨ ਬਣਦਾ ਹੈ ਆਪਣਾ ਘਰ ਵੇਚਣ ਦੇ ਲਈ, ਤਾਂ ਫਿਰ ਜਿਹੜੀ ਆ ਉਹ ਜਿਹੜੀ ਤਨੇ ਜੀ ਨੇ ਗੱਲ ਕੀਤੀ ਕਿ ਜਿਹੜੀ ਉਹ ਪ੍ਰੋਸੈਸ ਹੈ ਜਿਹੜੀ ਉਹ ਸਾਰੀ ਸ਼ੁਰੂ ਹੁੰਦੀ ਹੈ, ਜਿਹੜੀ ਉਹਨਾਂ ਨੇ ਵਿਸਥਾਰ ਦੇ ਵਿੱਚ ਦੱਸੀ ਹੈ ਕਿ ਕਿੱਦਾਂ ਕਿੱਦਾਂ ਲੀਗਲ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਵੀ ਹੁੰਦੀਆਂ ਨੇ। ਨਾਲ ਨਾਲ ਜਿਹੜੇ ਤੁਹਾਡੇ ਸਕਿੱਲਸ ਹੈ ਏਜੰਟਸ ਦੇ, ਉਹ ਬਹੁਤ ਜ਼ਿਆਦਾ ਮੈਟਰ ਕਰਦੇ ਆ। ਕਿਉਂਕਿ ਇਹ ਮਾਮਲਾ ਜਿਹੜਾ ਆ, ਜੇ ਗੱਲ ਕਰੀਏ ਤਾਂ ਕਹਿ ਲਓ ਕਿ 100 ਜਾਂ 1000 ਦਾ ਨਹੀਂ, ਲੱਖਾਂ ਦਾ ਮਾਮਲਾ ਹੁੰਦਾ। ਤੇ ਇਹਦੇ ਵਿੱਚ ਇੱਕ ਬਹੁਤ ਹੀ ਤਰੀਕੇ ਦੇ ਨਾਲ ਜਿਹੜਾ ਇਹਨੂੰ ਸਾਰੇ ਪ੍ਰੋਸੈਸ ਨੂੰ ਜਿਹੜਾ ਉਹ ਹੈਂਡਲ ਕਰਨਾ ਪੈਂਦਾ ਜੀ। ਬਿਲਕੁਲ ਤਨੇ ਜੈਨ ਜੀ, ਜਿਵੇਂ ਪਰਮਦੀਪ ਜੀ ਨੇ ਕਿਹਾ ਕਿ ਜਦੋਂ ਅਸੀਂ ਕੋਈ ਵੀ ਪ੍ਰਾਪਰਟੀ ਸੇਲ ਕਰਦੇ ਹਾਂ ਜਾਂ ਪਰਚੇਸ ਕਰਦੇ ਹਾਂ ਤਾਂ ਇਹ ਸਿਰਫ 100 ਜਾਂ ਹਜ਼ਾਰਾਂ ਦੀ ਗੱਲ ਨਹੀਂ ਹੁੰਦੀ, ਬਲਕਿ ਲੱਖਾਂ ਦੀ ਗੱਲ ਹੁੰਦੀ ਹੈ। ਸੋ ਮੈਂ ਜ਼ਰੂਰ ਚਾਹਾਂਗਾ ਕਿ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਅੱਗੇ ਜਿਹੜਾ ਸਾਡੇ ਕੋਲ ਟਾਈਮ ਬਚਿਆ ਹੈ, ਅਸੀਂ ਛੋਟੀ ਛੋਟੀਆਂ ਬਰੀਕੀਆਂ ਦੀ ਵੀ ਗੱਲ ਕਰੀਏ ਔਰ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਵੀ ਦਿੰਦੇ ਰਹੀਏ ਕਿ ਆਖਰ ਸੇਲ ਪਰਚੇਸ ਵਿੱਚ ਕਿੱਥੇ ਕਿੱਥੇ ਉਹਨਾਂ ਨੂੰ ਮੁਸ਼ਕਲਾਂ ਪੇਸ਼ ਆ ਸਕਦੀਆਂ ਨੇ ਔਰ ਜਿਹੜੀ ਟੈਕਨੀਕਲ ਟਰਮਸ ਹੁੰਦੀਆਂ ਨੇ ਉਹ ਕਿਵੇਂ ਹੁੰਦੀਆਂ ਨੇ, ਕੀ ਕਹਿੰਦੇ ਨੇ ਟੈਕਨੀਕਲ ਟਰਮਸ ਨੂੰ। ਇੱਥੇ ਨਾ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਹਮੇਸ਼ਾ ਗੱਲ ਆਉਂਦੀ ਹੈ ਕੰਟਰੈਕਟ ਆਫ ਸੇਲ ਦੀ, ਔਰ ਨਾਲ ਹੀ ਗੱਲ ਬਾਰ-ਬਾਰ ਜ਼ਿਕਰ ਆਉਂਦਾ ਹੈ ਸੈਕਸ਼ਨ 32 ਦਾ। ਇਹ ਵੀ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗਾ ਕਿ ਇਹ ਦੋਨੋਂ ਚੀਜ਼ਾਂ ਕੀ ਨੇ। ਓਕੇ,
ਸੈਕਸ਼ਨ ਜਿਹੜਾ ਕੰਟਰੈਕਟ ਆਫ ਸੇਲ ਹੈ ਸੈਕਸ਼ਨ 32 ਹੈ, ਇਹ ਦੋਨਾਂ ਨੂੰ ਫਾਰਮ ਕਰਕੇ ਜਦੋਂ ਕਿਸੇ ਨੇ ਕੋਈ ਘਰ ਲੈਣਾ ਹੁੰਦਾ, ਫੋਰ ਐਗਜ਼ਾਮਪਲ ਤੁਸੀਂ ਕੋਈ ਘਰ ਲੈਣਾ ਹੈ ਤੇ ਤੁਹਾਨੂੰ ਸੈਕਸ਼ਨ 32 ਤੇ ਕੰਟਰੈਕਟ ਆਫ ਸੇਲ ਦੋਨੋਂ ਸਾਈਨ ਕਰਨੇ ਪੈਣੇ ਤੇ ਵੈਂਡਰ ਨੂੰ ਵੀ, ਜਿਹੜਾ ਕਿ ਵੈਂਡਰ ਜਿਹੜਾ ਬੋਲਦੇ ਆ ਇੱਥੇ ਟਰਮ ਬੋਲਦੇ ਆ, ਉਹ ਬੋਲਦੇ ਜਿਹੜਾ ਜਿਹਦਾ ਘਰ ਹੈਗਾ, ਫੋਰ ਐਗਜ਼ਾਮਪਲ ਜੋ ਵੀ ਕੋਈ ਆਪਣਾ ਘਰ ਵੇਚ ਰਿਹਾ ਤੇ ਉਹਨੂੰ ਟੈਕਨੀਕਲ ਟਰਮਸ ਦੇ ਵਿੱਚ ਵੈਂਡਰ ਕਹਿੰਦੇ ਆ। ਤੇ ਬਾਇਰ ਜਿਹੜਾ ਕਿ ਬਾਇਰ ਕੋਈ ਘਰ ਖਰੀਦ ਰਿਹਾ ਤੇ ਕੰਟਰੈਕਟ ਆਫ ਸੇਲ ਬੇਸਿਕਲੀ ਇੱਕ ਕੰਟਰੈਕਟ ਹੁੰਦਾ ਲਾਅ ਆਫ ਵਿਕਟੋਰੀਆ ਦੇ ਅਕੋਰਡਿੰਗਲੀ ਜਾਂ ਰੀਅਲ ਏਸਟੇਟ ਐਕਟ ਦੇ ਅਕੋਰਡਿੰਗਲੀ ਜੋ ਵੀ ਸ਼ਰਤਾਂ ਕਾਨੂੰਨ ਨੇ ਉਹ ਸਟੇਟ ਦੀਆਂ ਬਣਾਈਆਂ ਹੋਈਆਂ। ਫੋਰ ਐਗਜ਼ਾਮਪਲ ਤੁਸੀਂ ਕੋਈ ਫਿਕਸਡ ਫਿਕਸਚਰਸ ਫਿਟਿੰਗਸ ਨਹੀਂ ਲੈ ਕੇ ਜਾ ਸਕਦੇ। ਫੋਰ ਐਗਜ਼ਾਮਪਲ ਜਿਵੇਂ ਕਿ ਕੋਈ ਸੈਟਲਮੈਂਟ ਜੇ ਕਿ ਤਰੀਕ ਹੁੰਦੀ ਹੈ, ਮੰਨ ਲਓ 90 ਦਿਨਾਂ ਬਾਅਦ ਚਾਬੀ ਮਿਲਣੀ ਹੈ ਘਰ ਦੀ, ਜਾਂ ਪ੍ਰਾਪਰਟੀ ਨੂੰ ਸੈਟਲ ਕਰਦੇ ਉਹਨੂੰ ਸੈਟਲਮੈਂਟ ਕਹਿੰਦੇ ਜਿਸ ਦਿਨ ਚਾਬੀਆਂ ਮਿਲਣੀਆਂ। ਤੇ ਜੇ ਤੁਸੀਂ ਉਹ ਤੋਂ ਲੇਟ ਹੋ ਜਾਂਦੇ ਹੋ ਜਾਂ ਪਰਚੇਜ਼ਰ ਉਹ ਤੋਂ ਲੇਟ ਹੋ ਜਾਂਦਾ ਤੇ ਉਹਨੂੰ ਫਲਾਣੇ % ਦਾ ਫਾਈਨ ਲੱਗੂਗਾ। ਤੇ ਉਹ ਸਾਰੀਆਂ ਸ਼ਰਤਾਂ ਜਿਹੜੀਆਂ ਹੁੰਦੀਆਂ ਉਹ ਕੰਟਰੈਕਟ ਆਫ ਸੇਲ ਦੇ ਵਿੱਚ ਹੁੰਦੀਆਂ। ਫੋਰ ਐਗਜ਼ਾਮਪਲ ਜੇ ਕਿ ਮੇਜਰ ਜਿਹੜੀ ਸ਼ਰਤਾਂ ਜਿਹੜੀ ਲੋਕ ਬਾਇਰ ਰਖਵਾਉਂਦੇ ਆ ਉਹਦੇ ਵਿੱਚ ਉਹ ਹੁੰਦੀ ਹੈ ਸਬਜੈਕਟ ਟੂ ਫਾਈਨੈਂਸ। ਬਈ ਘਰ ਉਹ ਲੈਣਗੇ ਜਦੋਂ ਉਹਨਾਂ ਦਾ ਬੈਂਕ ਲੋਨ ਕਰੇਗਾ ਜਾਂ ਵੈਲਿਊ ਕਰੇਗਾ, ਜਾਂ ਫਿਰ ਘਰ ਦੀ ਕਲੀਨਿੰਗ ਹੋਣੀ ਚਾਹੀਦੀ ਹੈ, ਜਾਂ ਕਿ ਬਿਲਡਿੰਗ ਇੰਸਪੈਕਸ਼ਨ ਹੋਣੀ ਚਾਹੀਦੀ ਹੈ, ਪੈਸਟ ਦੀ ਇੰਸਪੈਕਸ਼ਨ, ਟਰਮਾਈਟ ਲਾਈਫ ਟਰਮਾਈਟ ਦੀ ਇੰਸਪੈਕਸ਼ਨ ਹੋਣੀ ਚਾਹੀਦੀ ਹੈ। ਤੇ ਇਸ ਤਰ੍ਹਾਂ ਦੀ ਸ਼ਰਤਾਂ ਸਾਰੀਆਂ ਕੰਟਰੈਕਟ ਆਫ ਸੇਲ ਦੇ ਵਿੱਚ ਲਿਖੀ ਜਾਂਦੀਆਂ ਅਲੋਂਗ ਵਿਦ ਰਕਮ, ਕਿੰਨੇ ਦਾ ਘਰ ਵਿਕਿਆ। ਫੋਰ ਐਗਜ਼ਾਮਪਲ 5 ਲੱਖ ਦਾ ਵਿਕਿਆ, ਕਿੰਨਾ ਡਿਪੋਜ਼ਿਟ ਦੇਣਾ, ਬਾਕੀ ਬੈਲੈਂਸ ਕਿਹੜੀ ਤਰੀਕ ਨੂੰ ਆਏਗਾ, ਕਿਹੜੀ ਤਰੀਕ ਨੂੰ ਸੈਟਲਮੈਂਟ ਹੋਣੀ ਹੈ। ਇਹ ਸਾਰੀ ਚੀਜ਼ਾਂ ਕੰਟਰੈਕਟ ਆਫ ਸੇਲ ਦਾ ਪਾਰਟ ਬਣਦੀ ਹੈ। ਪਰਚੇਜ਼ਰ ਦਾ ਐਡਰੈਸ ਕੀ ਹੈ, ਵੈਂਡਰ ਦਾ ਐਡਰੈਸ ਕੀ ਹੈ, ਉਹਨਾਂ ਦਾ ਨਾਂ ਕੀ ਹੈ, ਉਹ ਅਕੋਰਡਿੰਗ ਟੂ ਦ ਡਰਾਈਵਿੰਗ ਲਾਇਸੈਂਸ ਔਰ ਆਈਡੀ, ਤੇ ਉਹ ਸਾਰਾ ਕੁਝ ਕੰਟਰੈਕਟ ਆਫ ਸੇਲ ਦਾ ਫਾਰਮ ਬਣਦਾ। ਸੈਕਸ਼ਨ 32 ਹੁੰਦਾ ਬੇਸਿਕਲੀ ਲੈਂਡ ਤੋਂ ਰਿਲੇਟਡ। ਫੋਰ ਐਗਜ਼ਾਮਪਲ ਜਿਸ ਲੈਂਡ ਤੇ ਉਹ ਘਰ ਬਣਿਆ ਉਸ ਲੈਂਡ ਦੇ ਸਾਰੇ ਡਾਕੂਮੈਂਟਸ ਜਦੋਂ ਲੈਂਡ ਡਿਵੈਲਪ ਹੋਈ ਸੀ, ਜਿਸ ਟਾਈਮ ਹੋਈ ਸੀ, ਉਸ ਟਾਈਮ ਲੈਂਡ ਆਫਿਸ ਤੋਂ ਉਹ ਡਾਊਨਲੋਡ ਹੋ ਕੇ ਉਹ ਸਾਰੇ ਡਾਕੂਮੈਂਟਸ ਉਹਦੇ ਵਿੱਚ ਲੱਗੇ ਹੁੰਦੇ ਆ, ਜਿਵੇਂ ਕਿ ਲੈਂਡ ਦਾ ਸਾਈਜ਼ ਕੀ ਹੈ, ਉਹਦੀ ਵਿਡਥ ਕੀ ਹੈ, ਲੈਂਡ ਦੇ ਉੱਤੇ ਕੋਈ ਕੋਵਨੈਂਟ ਤਾਂ ਨਹੀਂ ਹੈ। ਫੋਰ ਐਗਜ਼ਾਮਪਲ 600 ਸਕੁਆਇਰ ਮੀਟਰ ਦੀ ਲੈਂਡ ਹੈ, ਉਹਦੇ ਉੱਤੇ ਛੋਟਾ ਘਰ ਬਣਿਆ। ਸਮ ਟਾਈਮ ਲੋਕ ਸੋਚ ਲੈਂਦੇ ਆ ਕਿ ਇਹਨੂੰ ਅਸੀਂ ਫਿਊਚਰ ਤੇ 2 ਘਰ ਬਣਾ ਲਾਂਗੇ, ਸਬ ਡਿਵਾਈਡ ਕਰ ਲਾਂਗੇ। ਸੈਕਸ਼ਨ 32 ਦੇ ਵਿੱਚ ਡਾਕੂਮੈਂਟ ਹੁੰਦਾ, ਉਹਨੂੰ ਕਹਿੰਦੇ ਆ ਕੋਵਨੈਂਟ। ਟਾਈਟਲ ਦੇ ਉੱਤੇ ਇੱਕ ਕੋਵਨੈਂਟ ਲੱਗੀ ਹੁੰਦੀ ਹੈ ਤੇ ਉਹ ਕੋਵਨੈਂਟ ਦਾ ਇੱਕ ਨੰਬਰ ਲਿਖਿਆ ਹੁੰਦਾ ਤੇ ਉਹ ਵੀ ਉਹ ਸੈਕਸ਼ਨ 32 ਦਾ ਇੱਕ ਪਾਰਟ ਹੁੰਦਾ, ਜਿਹਦੇ ਜਾ ਕੇ ਤੁਸੀਂ ਰੀਡ ਕਰ ਸਕਦੇ ਹੋ ਕਿ ਜਦੋਂ ਇਹ ਲੈਂਡ ਬਣੀ ਸੀ, ਮਤਲਬ ਸਬ ਡਿਵਾਈਡ ਹੋਈ ਸੀ, ਰੈਡੀ ਹੋਈ ਸੀ ਘਰ ਬਣਾਉਣ ਵਾਸਤੇ, ਤੇ ਕਾਉਂਸਿਲ ਨੇ, ਲੋਕਲ ਮਿਊਨਿਸਪੈਲਿਟੀ ਨੇ ਜਾਂ ਡਿਵੈਲਪਰ ਨੇ ਉਸ ਟਾਈਮ ਇਹਦੇ ਤੇ ਕੋਈ ਕੋਵਨੈਂਟ ਤਾਂ ਨਹੀਂ ਲਾਈ, ਮਤਲਬ ਕੋਈ ਕੰਡੀਸ਼ਨ ਤਾਂ ਨਹੀਂ ਲਾਈ ਸੀ ਕਿ ਇਹ ਫਿਊਚਰ ਦੇ ਵਿੱਚ 2 ਹਿੱਸਿਆਂ ਦੇ ਵਿੱਚ ਨਹੀਂ ਵੰਡੀ ਜਾ ਸਕਦੀ, ਜਾਂ ਇਹਦੇ ਤੇ ਸਿਰਫ ਇੱਕੋ ਹੀ ਘਰ ਬਣ ਸਕਦਾ ਹੈ, ਜਾਂ ਜੇ ਵੰਡੀ ਜਾ ਸਕਦੀ ਹੈ ਤਾਂ 10 ਸਾਲ ਬਾਅਦ ਵੰਡੀ ਜਾ ਸਕਦੀ ਹੈ ਫਲਾਣੀ ਡੇਟ ਤੋਂ। ਤੇ ਉਹ ਚੀਜ਼ਾਂ ਸੈਕਸ਼ਨ 32 ਦੇ ਵਿੱਚ ਹੁੰਦੀ ਹੈ ਟਾਈਟਲ ਤੇ ਨਾਲ ਟਾਈਟਲ ਦੇ ਵਿੱਚ ਇੱਕ ਹੋਰ ਚੀਜ਼ ਹੁੰਦੀ ਹੈ ਜਿਹੜੀ ਕਿ ਲੋਕਾਂ ਨੂੰ ਬਹੁਤ ਜ਼ਰੂਰੀ ਹੈ ਵੇਖਣੀ, ਉਹਨੂੰ ਕਹਿੰਦੇ ਕੈਵੀਏਟ। ਕਾਫੀ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕੈਵੀਏਟ ਹੁੰਦੀ ਕੀ ਹੈ। ਕੈਵੀਏਟ ਹੁੰਦਾ ਫੋਰ ਐਗਜ਼ਾਮਪਲ ਕਿ ਕਿਸੇ ਨੇ ਕਿਸੇ ਦੇ ਪੈਸੇ ਦੇਣੇ ਆ ਜਾਂ ਕਿਸੇ ਨੂੰ ਕੋਈ ਪੈਸਿਆਂ ਲਈ ਚੇਜ਼ ਕਰ ਰਿਹਾ ਆਸਟ੍ਰੇਲੀਆ ਦੇ ਵਿੱਚ, ਤੇ ਜਦੋਂ ਉਹ ਕੋਰਟ ਦੇ ਵਿੱਚ ਕੇਸ ਚਲੇ ਜਾਂਦਾ ਤੇ ਜਾਂ ਫਿਰ ਉਹ ਜਿਹਨੇ ਪੈਸੇ ਲੈਣੇ ਆ ਤੇ ਉਹ ਲੀਗਲ ਪ੍ਰੈਕਟੀਸ਼ਨਰ ਦੇ ਰਾਹੀਂ ਉਹਦੀ ਪ੍ਰਾਪਰਟੀ ਤੇ ਆਪਣਾ ਇੰਟਰਸਟ ਜ਼ਾਹਿਰ ਕਰ ਸਕਦਾ ਹੈ, ਉਹਨੂੰ ਕੈਵੀਏਟ ਕਹਿੰਦੇ ਆ। ਤੇ ਉਹ ਪਰਮਾਨੈਂਟ ਟਾਈਟਲ ਤੇ ਪੈ ਜਾਂਦੀ ਹੈ। ਜਦੋਂ ਪ੍ਰਾਪਰਟੀ ਸੈਟਲ ਹੁੰਦੀ ਹੈ ਉਹਨਾਂ ਦੇ ਵਿੱਚੋਂ ਉਹ ਹਿੱਸਾ ਪੈਸਿਆਂ ਦਾ ਉਹ ਲੈਣਦਾਰਾਂ ਨੂੰ ਚਲੇ ਜਾਂਦਾ। ਤੇ ਜਿਹੜੇ ਪਰਚੇਜ਼ਰਸ ਹੁੰਦੇ ਆ ਉਹਨਾਂ ਲਈ ਇਹ ਚੀਜ਼ ਇਸ ਲਈ ਜ਼ਰੂਰੀ ਹੈ ਤਾਂ ਕਿ ਉਹ ਫਾਈਂਡ ਆਊਟ ਕਰ ਸਕਦੇ ਆ ਕਿ ਬਈ ਵਾਕਈ ਪ੍ਰਾਪਰਟੀ ਉਹਨਾਂ ਦੇ ਨਾਂ ਹੋਏਗੀ ਕਿ ਨਹੀਂ ਹੋਏਗੀ, ਫਿਊਚਰ 'ਚ ਸੈਟਲਮੈਂਟ ਹੋਣ ਤੋਂ ਬਾਅਦ ਕਿੰਨੇ ਪੈਸੇ ਉਹਨਾਂ ਨੇ ਦੇਣੇ ਆ, ਕਿੰਨੇ ਪੈਸੇ ਨਹੀਂ ਲੈਣੇ। ਇਹ ਕੈਵੀਏਟ ਦੇ ਅੱਗੇ ਇੱਕ ਨੰਬਰ ਲਿਖਿਆ ਹੁੰਦਾ ਹੈ, ਬਈ ਉਹਦੇ ਅੰਦਰ ਰੀਜ਼ਨ ਹੁੰਦਾ ਤੇ ਜੋ ਕਨਵੈਂਸਰ ਹੁੰਦਾ ਉਹ ਚੈੱਕ ਕਰ ਸਕਦਾ ਜਾ ਕੇ ਆਨਲਾਈਨ ਆਪਣੇ ਸਿਸਟਮ ਦੇ ਵਿੱਚ, ਬਈ ਨੰਬਰ ਪਾ ਕੇ ਵੀ ਇਹਦਾ ਰੀਜ਼ਨ ਕੀ ਹੈ, ਕਿੰਨੇ ਪੈਸੇ ਇਹਨਾਂ ਨੇ ਦੇਣੇ ਆ। ਜੇ ਸਮਝੋ ਮੰਨ ਲਓ 5 ਲੱਖ ਦਾ ਘਰ ਹੈ, ਪੈਸੇ ਉਹਨਾਂ ਨੇ ਉਹ ਕਰਦੇ ਆ ਉਹ ਕਿਸੇ ਹੋਰ ਨੂੰ 550,000, ਈਵਨ ਦੇ ਪਰਚੇਜ਼ਰ ਜਿਹੜਾ ਉਹ ਜੇ ਸੈਟਲ ਵੀ ਕਰ ਲੈਂਦਾ ਘਰ ਉਹਦੇ ਨਾਲ ਨਹੀਂ ਹੋ ਸਕਦਾ ਉਹ, ਤੇ ਉਹ ਡੀਲ ਨਹੀਂ ਹੁੰਦੀ। ਤੇ ਆਹ ਚੀਜ਼ਾਂ ਸੈਕਸ਼ਨ 32 ਦੇ ਵਿੱਚ ਹੁੰਦੀਆਂ। ਉਸ ਤੋਂ ਇਲਾਵਾ ਘਰ ਦੇ ਵਾਟਰ ਰੇਟਸ ਕੀ ਆ, ਆਸਟ੍ਰੇਲੀਆ ਦੇ ਵਿੱਚ ਵਾਟਰ ਬਿੱਲ ਆਉਂਦਾ, ਹਰ ਏਰੀਆ ਦਾ ਵਾਟਰ ਬਿੱਲ ਤੇ ਉਹਦੇ ਵਿੱਚ ਜਿਹੜੇ ਸਰਕਾਰੀ ਚਾਰजेस ਹੈਗੇ ਆ ਉਹ ਵੱਖਰੇ ਹੁੰਦੇ ਆ, ਕਿਉਂਕਿ ਕਿਸੇ ਨੇ ਜੋ ਘਰ ਲੈਣਾ ਜੇ ਬੈਂਕ ਤੋਂ ਲੋਨ ਲੈ ਕੇ ਲੈਣਾ ਤਾਂ ਉਹਨਾਂ ਨੇ ਉਸ ਤੋਂ ਇਲਾਵਾ ਵਾਟਰ ਕਾਰਪੋਰੇਸ਼ਨ ਨੂੰ ਉਹ ਚਾਰजेस ਵੀ ਦੇਣੇ ਆ ਵਾਟਰ ਬਿੱਲ ਤੋਂ ਇਲਾਵਾ, ਤੇ ਉਹ ਵੀ ਚੈੱਕ ਹੁੰਦੇ ਆ। ਤੇ ਉਸ ਤੋਂ ਇਲਾਵਾ ਕਾਉਂਸਿਲ ਦੇ ਰੇਟਸ ਵੀ ਚੈੱਕ ਹੁੰਦੇ ਆ। ਰੇਟਸ ਨੋਟਿਸ ਹੁੰਦਾ ਜਿਹੜੀ ਕਾਉਂਸਿਲ ਦੀ ਸਰਵਿਸਿਜ਼ ਹੁੰਦੀਆਂ ਏਰੀਆ ਦੇ ਵਿੱਚ, ਫੋਰ ਐਗਜ਼ਾਮਪਲ ਡਸਟਬਿਨ ਦੀ ਸਰਵਿਸ, ਬੀਨ ਕਲੈਕਸ਼ਨ ਦੀ ਸਰਵਿਸ ਹੁੰਦੀ ਹੈ, ਹੋਰ ਮੇਨਟੇਨੈਂਸ ਦੀ
ਤੇ ਉਹ ਕੋਈ ਕੰਪਲੈਕਸ ਦੇ ਵਿੱਚ ਘਰ ਹੈਗਾ ਤਾਂ ਉਹਦੇ ਵਿੱਚ ਬੋਡੀ ਕਾਰਪੋਰੇਟ ਸਟਰਾਟਾ ਜਿਹਨੂੰ ਕਹਿੰਦੇ ਆ, ਜਿਹੜੀ ਕਿ ਕਾਮਨ ਪ੍ਰਾਪਰਟੀ ਦੀ ਮੇਨਟੇਨੈਂਸ ਵਾਸਤੇ ਈਅਰਲੀ ਚਾਰजेस, ਉਹ ਸਾਰੇ ਚਾਰजेस ਉਸ ਸੈਕਸ਼ਨ 32 ਦੇ ਵਿੱਚ ਅਟੈਚਡ ਹੁੰਦੇ ਆ। ਜੇ ਇਹਨਾਂ ਦੇ ਵਿੱਚੋਂ ਇੱਕ ਵੀ ਡਾਕੂਮੈਂਟ ਮਿਸਿੰਗ ਹੁੰਦਾ, ਪ੍ਰੋਪਰਟੀ ਦਾ ਕੰਟਰੈਕਟ ਵੋਇਡ ਹੋ ਜਾਂਦਾ। ਬਿਲਕੁਲ ਠੀਕ ਗੱਲ ਹੈ। ਪਰਮ ਜੀ, ਜੇਕਰ ਅਸੀਂ ਹੁਣ ਸੈਕਸ਼ਨ 32 ਦਾ ਬਹੁਤ ਬਰੀਫਲੀ ਇਹਨਾਂ ਨੇ ਦੱਸਿਆ ਹੈਗਾ, ਪੂਰਾ ਵਿਸਥਾਰ ਨਾਲ ਦੱਸਿਆ ਹੈਗਾ, ਲੇਕਿਨ ਅਸੀਂ ਕੋਈ ਸ਼ਖਸ ਜਿਹੜਾ ਹੈ ਘਰ ਖਰੀਦਣਾ ਚਾਹੁੰਦਾ ਹੈ, ਕੋਈ ਪ੍ਰਾਪਰਟੀ ਖਰੀਦਣਾ ਚਾਹੁੰਦਾ ਹੈ ਜਾਂ ਕੋਈ ਫਲੈਟ ਖਰੀਦਣਾ ਚਾਹੁੰਦਾ ਹੈ, ਬਿਲਡਿੰਗ ਇੰਸਪੈਕਸ਼ਨ ਦੀ ਜਦੋਂ ਗੱਲ ਆਉਂਦੀ ਹੈ ਤਾਂ ਕਿਹੜੀ ਚੀਜ਼ਾਂ ਨੂੰ ਧਿਆਨ ਰੱਖਣਾ ਚਾਹੀਦਾ ਔਰ ਬਿਲਡਿੰਗ ਇੰਸਪੈਕਸ਼ਨ ਕਿਸ ਤਰ੍ਹਾਂ ਹੋ ਸਕਦੀ ਹੈ? ਬੇਸਿਕਲੀ ਜਿੱਦਾਂ ਹੁਣ ਤਨੇ ਜੀ ਨੇ ਦੱਸਿਆ ਕਿ ਜਿਹੜੀ ਗੱਲ ਇਹਨਾਂ ਨੇ ਕੀਤੀ ਸੀ ਕਿ ਕੀ ਚੀਜ਼ਾਂ ਜਿਹੜੀਆਂ ਨੇ ਡਾਕੂਮੈਂਟਡ, ਹਰ ਇੱਕ ਚੀਜ਼ ਜਿਹੜੀ ਹੈ ਆਸਟ੍ਰੇਲੀਆ ਦੇ ਵਿੱਚ ਡਾਕੂਮੈਂਟਡ ਹੁੰਦੀ ਹੈ। ਸੋ ਦਸਤਾਵੇਜ਼ ਜਿਹੜੇ ਹੈ ਉਹ ਬਹੁਤ ਜ਼ਰੂਰੀ ਹੈ। ਜਿੱਥੋਂ ਤੱਕ ਗੱਲ ਆਉਂਦੀ ਹੈ ਕਿ ਇੱਕ ਮੈਂ ਨਾਲ ਤੁਹਾਨੂੰ ਦੱਸਾਂ ਕਿ ਜਿਹੜੀ ਚੈਰੀਟ ਦੀ ਗੱਲ ਕੀਤੀ ਸੀ, ਉਹਨੂੰ ਜਿਵੇਂ ਆਪਾਂ ਪੰਜਾਬੀ ਦੇ ਵਿੱਚ, ਜੇ ਸਿੱਧੀ ਪੰਜਾਬੀ ਦੇ ਵਿੱਚ ਕਹਿ ਦਈਏ ਤਾਂ ਭਾਰ ਮੁਕਤ, ਜਿਵੇਂ ਆਪਾਂ ਜ਼ਮੀਨ ਦੀ ਗੱਲ ਕਰਦੇ ਹਾਂ ਜਾਂ ਕਿਸੇ ਵੀ ਕਹਿ ਲਓ ਕਿ ਕੋਈ ਲੋਨ ਜਾਂ ਉਹਦੀ ਗੱਲ ਹੈ, ਉਹਨੂੰ ਆਪਾਂ ਭਾਰ ਮੁਕਤ ਕਹਿ ਦਿੰਦੇ ਹਾਂ ਕਿ ਇਹ ਭਾਰ ਮੁਕਤ ਹੈ ਜਾਂ ਨਹੀਂ ਆ। ਸੋ ਉਹ ਗੱਲ ਸੀ। ਤੇ ਗੱਲ ਕਰਦੇ ਹਾਂ ਬਿਲਡਿੰਗ ਇੰਸਪੈਕਸ਼ਨ ਦੀ। ਪਹਿਲਾਂ ਵੀ ਅਸੀਂ ਡਿਸਕਸ ਕੀਤਾ ਸੀ ਕਿ ਹਰ ਇੱਕ ਸਟੇਟ ਦਾ ਅਲੱਗ-ਅਲੱਗ ਰੂਲ ਆ। ਸੋ ਕਹਿ ਲਓ ਕਿ ਜਿਵੇਂ ਨਿਊ ਸਾਊਥ ਵੇਲ ਆ, ਨਿਊ ਸਾਊਥ ਵੇਲ ਦੇ ਵਿੱਚ ਬਿਲਡਿੰਗ ਇੰਸਪੈਕਸ਼ਨ ਰਿਪੋਰਟ ਜਿਹੜੀ ਹੈ, ਜਦੋਂ ਤੁਸੀਂ ਘਰ ਖਰੀਦਣਾ ਤਾਂ ਉਹ ਜਿਹੜਾ ਬਾਇਰ ਦੇ ਐਕਸਪੈਂਸ ਤੇ ਹੁੰਦੀ ਹੈ ਜੀ, ਇੱਕ ਕਹਿ ਲਈਏ ਕਿ ਅਦਾਰਾ ਜਾਂ ਇੱਕ ਕੰਪਨੀ ਜਿਹੜੀ ਹੈ ਉਹ ਤੁਹਾਨੂੰ ਕਰਕੇ ਦਿੰਦੀ ਹੈ। ਤੇ ਇੱਥੇ ਜ਼ਿਆਦਾਤਰ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਬਾਇਰ ਜਿਹੜੀਆਂ ਸਰਵਿਸਿਜ਼ ਇੱਥੇ ਹਾਇਰ ਕਰਦਾ ਜਾਂ ਵੈਂਡਰ ਜਿਹੜੀਆਂ ਸਰਵਿਸਿਜ਼ ਹਾਇਰ ਕਰਦਾ, ਉਹਨਾਂ ਦੇ ਸਿਰ ਤੇ ਆ ਜਾਂਦੀਆਂ ਨੇ ਜਾਂ ਪੇਪਰ ਵਰਕ ਦੇ ਉੱਪਰ ਹੁੰਦੀਆਂ ਨੇ ਜੀ। ਇੱਥੇ ਤੁਸੀਂ ਆਪ ਇੰਸਪੈਕਸ਼ਨ ਜਿਹੜੀ ਕਹਿ ਲਓ ਕਿ ਜਾਂ ਤਾਂ ਜੇ ਕੋਈ ਬੰਦਾ ਕਹਿ ਲਈਏ ਕਿ ਟ੍ਰੇਡੀ ਆ, ਜਿਹਨੂੰ ਪਤਾ ਹੈ ਕਿ ਘਰ ਦੇ ਵਿੱਚ ਜਿਵੇਂ ਪਲੰਬਿੰਗ ਸਿਸਟਮ ਹੈ ਜਾਂ ਕਿਚਨ ਦੇ ਵਿੱਚ ਚੀਜ਼ਾਂ ਦਾ ਜਾਂ ਕਹਿ ਲਓ ਇਦਾਂ ਦਾ ਪਤਾ ਹੈ, ਉਹਨਾਂ ਨੂੰ ਕਹਿ ਲਓ ਕਿ ਉਹ ਬਾਰੀਕੀਆਂ ਜਿਹੜੀਆਂ ਨੇ ਉਹ ਦੇਖ ਸਕਦੇ ਨੇ। ਜੇ ਨਹੀਂ ਤਾਂ ਕਹਿ ਲਓ ਕਿ ਇੰਸਪੈਕਸ਼ਨ ਰਿਪੋਰਟ ਜਿਹੜੀ ਹੈ, ਤੁਸੀਂ ਇੱਕ ਫੀਸ ਪੇ ਕਰਦੇ ਹੋ, ਬਹੁਤ ਕਹਿ ਲਓ ਕਿ ਨੋਮੀਨਲ ਜੀ ਫੀਸ ਹੁੰਦੀ ਹੈ, ਉਹਨੂੰ ਪੇ ਕਰਕੇ ਤੁਸੀਂ ਬਿਲਡਿੰਗ ਇੰਸਪੈਕਸ਼ਨ ਰਿਪੋਰਟ ਜਿਹੜੀ ਹੈ ਉਹ ਲੈ ਸਕਦੇ ਹੋ। ਜੇ ਗੱਲ ਕਰੀਏ ACT ਦੀ, ਕੈਨਬਰਾ ਦੇ ਵਿੱਚ ਜਦੋਂ ਤੁਸੀਂ ਪ੍ਰਾਪਰਟੀ ਮਾਰਕੀਟ ਦੇ ਵਿੱਚ ਲਿਸਟ ਕਰਨੀ ਹੈ, ਉਹ ਵੈਂਡਰ ਦੇ ਐਕਸਪੈਂਸ ਦੇ ਉੱਪਰ ਜਿਹੜੀ ਜਿਵੇਂ ਅਸੀਂ ACT BIS ਦੀ ਗੱਲ ਕਰੀਏ, ਉਹਦੇ ਥਰੂ ਜਿਹੜੀ ਹੈ ਉਹ ਅਸੀਂ ਪਹਿਲਾਂ ਹੀ ਕਰਵਾ ਕੇ ਜਿਹੜੀ ਨਾਲ ਨੱਥੀ ਕਰਕੇ ਜਦੋਂ ਅਸੀਂ ਪ੍ਰਾਪਰਟੀ ਇੰਸਪੈਕਸ਼ਨ ਦੇ ਲਈ ਓਪਨ ਕਰਦੇ ਹਾਂ, ਓਪਨ ਹੋਮਸ ਕਰਦੇ ਹਾਂ, ਤੇ ਉੱਥੇ ਜਿਹੜੀ ਆ ਉਹ ਮੁਹੱਈਆ ਜਿਹੜੀ ਆ ਉਹ ਕਰਵਾਈ ਜਾਂਦੀ ਹੈ। ਜੇਕਰ ਉਹ ਉਸ ਵੇਲੇ ਨਹੀਂ ਹੈ ਤਾਂ ਜਿਹੜੇ ਕਹਿ ਲਓ ਕਿ ਤੁਹਾਡੇ ਫਿਊਚਰ ਬਾਇਰਸ ਨੇ ਉਹ ਤੁਹਾਨੂੰ ਰਿਕੁਐਸਟ ਕਰ ਸਕਦੇ ਆ, ਜੇ ਕਰੀਏ ਕੈਨਬਰਾ ਦੀ ਗੱਲ, ਕਿ ਸਾਨੂੰ ਜਿਹੜੀ ਇਹਦੀ ਇੰਸਪੈਕਸ਼ਨ ਰਿਪੋਰਟ ਹੈ ਜਾਂ ਜਿਹੜਾ ਇਹਦਾ ਕਹਿ ਲਈਏ ਕਿ ਫਲੋਰ ਪਲਾਨ ਹੈ, ਇੱਦਾਂ ਦੀਆਂ ਦਸਤਾਵੇਜ਼ ਨੇ ਜਿਹੜੇ ਉਹ ਸਾਨੂੰ ਮੁਹੱਈਆ ਕਰਵਾਓ, ਅਸੀਂ ਇਸ ਪ੍ਰਾਪਰਟੀ ਦੇ ਵਿੱਚ ਇੰਟਰਸਟ ਰੱਖਦੇ ਹਾਂ। ਅਕੋਰਡਿੰਗਲੀ ਜਿਹੜਾ ਉਹਨਾਂ ਨੂੰ ਉਹ ਮੁਹੱਈਆ ਕਰਵਾਇਆ ਜਾਂਦਾ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਇੱਥੇ ਕਹਿ ਲਈਏ ਕਿ ਗੱਲ ਜਿਹੜੀ ਸਰਵਿਸਿਜ਼ ਨਾਲ ਤੁਸੀਂ ਹਾਇਰ ਕਰਦੇ ਹੋ, ਇੰਸਪੈਕਸ਼ਨ ਰਿਪੋਰਟ ਦੀ ਗੱਲ ਹੈ ਜਾਂ ਕਿਸੇ ਦੀ ਵੀ ਹੈ, ਉਹ ਤੁਹਾਨੂੰ ਆਲਰੇਡੀ ਕਰਕੇ ਦਿੰਦੇ ਨੇ, ਅਨਲੈਸ ਤੁਸੀਂ ਆਪ ਇੰਨੇ ਕਹਿ ਲਿਓ ਕਿ ਐਕਸਪਰਟ ਹੋਵੋ, ਉਹ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਆਪ ਲੱਭ ਸਕਦੇ ਹੋ। ਪਰ ਫਿਰ ਵੀ ਇਹ ਇੱਕ ਲੀਗਲ ਰਿਕੁਆਇਰਮੈਂਟ, ਜਿੱਦਾਂ ਤਨੇ ਜੀ ਨੇ ਪਹਿਲਾਂ ਕਿਹਾ ਸੀਗਾ, ਉਹ ਹੈ ਜੀ। ਜਿਸ ਸਟੇਟ ਦੇ ਵਿੱਚ ਕਹਿ ਲਓ ਕਿ ਪਹਿਲਾਂ ਕਹਿ ਲਓ ਲਿਸਟਿੰਗ ਦੇ ਵੇਲੇ ਕਰਨੀ ਹੁੰਦੀ ਹੈ, ਉਹ ਲਿਸਟਿੰਗ ਦੇ ਵੇਲੇ ਹੀ ਹੁੰਦੀ ਹੈ। ਤੁਸੀਂ ਇਹ ਨਹੀਂ ਕਿ ਉਹਦੇ ਨਾਲ ਹੇਰ ਫੇਰ ਨਹੀਂ ਕੋਈ ਕਰ ਸਕਦੇ, ਉਹਦੇ ਵਿੱਚ ਕੋਈ ਵੀ ਫੇਰ ਬਦਲ ਨਹੀਂ ਹੋ ਸਕਦਾ ਜੀ। ਲਗਾਤਾਰ ਜਿਵੇਂ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ ਕੋਰੋਨਾ ਮਹਾਮਾਰੀ ਨੇ ਇਸ ਬਿਜ਼ਨਸ ਨੂੰ ਕਾਫੀ ਡਾਮਾਡੋਲ ਕਰ ਦਿੱਤਾ ਸੀ ਔਰ ਲੋਕੀ ਜਿਹੜੇ ਸੀਗੇ ਕਾਫੀ ਸ਼ਸ਼ੋਪੰਜ ਵਿੱਚ ਸੀ ਕਿ ਇਹ ਸਮਾਂ ਜਿਹੜਾ ਹੈਗਾ ਸਹੀ ਹੈ ਵੇਚਣ ਦੇ ਲਈ ਜਾਂ ਨਹੀਂ ਸਮਾਂ ਹੈਗਾ ਵੇਚਣ ਦੇ ਲਈ। ਹੁਣ ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜਾ ਸਮਾਂ ਚੱਲ ਰਿਹਾ ਹੈ, ਕਿਉਂਕਿ ਕੋਰੋਨਾ ਕਾਫੀ ਹੱਦ ਤੱਕ ਜਿਹੜਾ ਹੈ ਹੌਲੀ ਹੌਲੀ ਹੁਣ ਬੈਠ ਰਿਹਾ ਹੈ, ਸਰਕਾਰਾਂ ਨੇ ਲੋਕਡਾਊਨ ਵੀ ਖੋਲ ਦਿੱਤਾ ਹੈਗਾ, ਅਨਲੌਕ ਦੀ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ, ਕੀ ਲੋਕਾਂ ਨੂੰ ਹੁਣ ਬਾਹਰ ਨਿਕਲਣਾ ਚਾਹੀਦਾ ਹੈ ਆਪਣੀ ਪ੍ਰਾਪਰਟੀ ਨੂੰ ਵੇਚਣ ਦੇ ਲਈ ਜਾਂ ਫਿਰ ਨਵੀਂ ਪ੍ਰਾਪਰਟੀ ਨੂੰ ਖਰੀਦਣ ਦੇ ਲਈ? ਇਹ ਸਮਾਂ ਕਿਹੋ ਜਿਹਾ ਚੱਲ ਰਿਹਾ ਹੈ? ਇਹ ਸਮਾਂ ਹਾਂਜੀ, ਇਹ ਸਮਾਂ ਮੈਂ ਕਹੂੰਗਾ ਕਿ ਇਹ 1 in 100 ਟਾਈਮਸ ਓਪਰਚੁਨਿਟੀ ਹੈ ਕਿਸੇ ਬਾਇਰ ਵਾਸਤੇ, ਕੋਈ ਘਰ ਲੈਣ ਵਾਸਤੇ, ਕਿਉਂਕਿ ਇੱਕ ਸੇਇੰਗ ਹੈ ਕਿ when there is a fear in the market you do business that time। ਤੇ ਇਸ ਟਾਈਮ ਮਾਰਕੀਟ ਦੇ ਵਿੱਚ ਬਹੁਤ ਅਨਸਰਟਨਿਟੀ ਹੈ, ਬਹੁਤ ਫੀਅਰ ਹੈ, ਤੇ ਕਿਸੇ ਬਾਇਰ ਵਾਸਤੇ ਇਸ ਟਾਈਮ ਘਰ ਲੈਣਾ ਜਾਂ ਫਸਟ ਹੋਮ ਬਾਇਰ ਵਾਸਤੇ ਘਰ ਲੈਣਾ ਬਹੁਤ ਹੀ ਓਪਰਚੁਨਿਟੀ ਵਾਲਾ ਟਾਈਮ ਮੌਕਾ ਹੈਗਾ, ਕਿਉਂਕਿ ਇਸ ਟਾਈਮ ਜਿਵੇਂ ਕਹਿੰਦੇ ਕਿ ਮਨੀ ਇਜ਼ ਚੀਪ, ਪੈਸਾ ਇਸ ਟਾਈਮ ਜਿਹੜਾ ਬੈਂਕ ਤੋਂ ਇੰਟਰਸਟ ਜਿਹੜਾ ਮਿਲ ਰਿਹਾ ਉਹ 2.19 2.69 2.79% ਤੇ ਇੰਟਰਸਟ ਮਿਲ ਰਿਹਾ, ਤੇ ਜੋ ਕਿ ਨੈਕਸਟ 2-3 ਇਅਰਸ ਤੱਕ ਲੁਕਸ ਲਾਈਕ
ਸੇਮ ਰਹਿਣਾ ਤੇ ਇੰਸਟਾਲਮੈਂਟਸ ਵੀ ਉਹਦੀ ਉਨੀ ਕੀ ਲੈਣੀ ਹੈ ਜਿੰਨੀ ਉਹ ਤੋਂ ਵੀ ਘੱਟ ਰਹਿਣੇ ਜਿੰਨੇ ਉਹ ਰੈਂਟਲ ਪ੍ਰਾਪਰਟੀ ਤੇ ਦਿੰਦੇ ਤੇ ਰੈਂਟਲ ਪ੍ਰਾਪਰਟੀ ਨੂੰ ਅਸੀਂ ਕਹਿੰਦੇ ਰੈਂਟ ਮਨੀ ਡੈਡ ਮਨੀ ਤੇ ਇੱਕ ਜੀ ਵੈਂਡੋਰ ਵਾਸਤੇ ਇਹ ਸਮਾਂ ਇਸ ਲਈ ਵਧੀਆ ਹੈਗਾ ਵੇਚਣ ਲਈ ਕਿਉਂਕਿ ਜਿਹੜੇ ਸਮਾਰਟ ਲੋਕ ਨੇ ਜੇ ਉਹਨਾਂ ਦੀ ਪ੍ਰਾਪਰਟੀ ਕਾਫੀ ਚਿਰ ਤੋਂ ਮਾਰਕੀਟ ਦੇ ਵਿੱਚ ਹੈਗੀ ਹੈ ਜਾਂ ਫਿਰ ਉਹਨਾਂ ਦੀ ਕੋਈ ਪਰਸਨਲ ਨੀਡ ਹੈਗੀ ਹੈ ਜਾਂ ਉਹਨਾਂ ਨੇ ਅਪਸਾਈਜ਼ ਕਰਨਾ ਹੈ ਦੂਸਰੀ ਪ੍ਰਾਪਰਟੀ ਨੂੰ ਜਾਂ ਡਾਊਨ ਸਾਈਜ਼ ਕਰਨਾ ਹੈ ਤੇ ਇਹ ਰਾਈਟ ਟਾਈਮ ਹੈ ਕਿ ਉਹਨੂੰ ਕੈਸ਼ ਆਊਟ ਕਰਕੇ ਐਂਡ ਦੈਨ ਦੇ ਗੋ ਐਂਡ ਗ੍ਰੈਬ ਕੋਈ ਹੋਰ ਓਪਰਚੁਨਿਟੀ ਨੂੰ ਗ੍ਰੈਬ ਕਰ ਲੇ ਜੀ ਠੀਕ ਹੈ ਪਰਮਜੀਤ ਜੀ ਤੁਸੀਂ ਕੀ ਸਮਝਦੇ ਹੋ ਕਿ ਇਹ ਸਮਾਂ ਕਿਹੋ ਜਿਹਾ ਚੱਲ ਰਿਹਾ ਤਰਨ ਜੀ ਨੇ ਤਾਂ ਇਸ ਨੂੰ ਗੋਲਡਨ ਓਪਰਚੁਨਿਟੀ ਦੱਸਿਆ ਭਾਜੀ ਕਿਉਂਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਕਿ ਏਜੰਟ ਦੇ ਸਕਿੱਲਸ ਦੇ ਉੱਪਰ ਵੀ ਮੈਟਰ ਕਰਦਾ ਕਿ ਕਿਸ ਤਰੀਕੇ ਨਾਲ ਕਿਹੜੀ ਸਿਚੁਏਸ਼ਨ ਨੂੰ ਹੈਂਡਲ ਕਰਦੇ ਆ ਜੇ ਮੈਂ ਗੱਲ ਕਰਾਂ ਵੈਸੇ ਮੇਰਾ ਏਰੀਆ ਨਹੀਂ ਹੈਗਾ ਮੈਲਬਨ ਦੀ ਜੇ ਮੈਂ ਗੱਲ ਕਰਾਂ ਤਨੇ ਹੋਰਾਂ ਨੇ ਇਸ ਵੇਲੇ ਮੇਰੇ ਖਿਆਲ ਦੇ ਵਿੱਚ ਵਰਸਟ ਜਿਹੜਾ ਕਹਿ ਲਓ ਕਿ ਟਾਈਮ ਹੰਡਾਇਆ ਕਿਉਂਕਿ ਲਾਕਡਾਊਨ ਲੈਵਲ 4 ਤੱਕ ਚਲਾ ਗਿਆ ਸੀ ਇੱਥੇ ਬਟ ਸਟਿਲ ਜਿਹੜੀਆਂ ਇਹਨਾਂ ਨੇ ਸਟ੍ਰੈਟਜੀਜ਼ ਯੂਜ਼ ਕੀਤੀਆਂ ਇਹਨਾਂ ਨੇ ਵਰਚੁਅਲ ਓਪਨ ਹੋਮਸ ਜਿਹੜੀ ਆ ਉਹ ਜ਼ਿਆਦਾ ਤਨੇ ਜੀ ਦੱਸ ਸਕਦੇ ਆ ਕਿ ਕਿਸ ਤਰੀਕੇ ਦੇ ਨਾਲ ਉਹ ਕੀਤੀ ਆ ਮੇਰੇ ਖਿਆਲ ਦੇ ਵਿੱਚ ਉਹ ਕਾਫੀ ਇੰਟਰਸਟਿੰਗ ਚੀਜ਼ ਹੋਊਗੀ ਬਟ ਜੇ ਗੱਲ ਕਰਾਂ ਕੈਨਬਰਾ ਦੇ ਵਿੱਚ ਪੂਰੇ ਆਸਟ੍ਰੇਲੀਆ ਨਾਲੋਂ ਜੇ ਰਿਜ਼ਲਟਸ ਦੇਖੀਏ ਤਾਂ ਸਾਡੇ ਪ੍ਰਾਪਰਟੀ ਦੇ ਕਾਫੀ ਵਧੀਆ ਰਹੇ ਆ ਇੰਟਰਸਟ ਜਿਹੜੇ ਆ ਸਾਡੇ ਜੇ ਮਾਰਚ ਦੀ ਸੇਲਸ ਦੀ ਵੀ ਮੈਂ ਗੱਲ ਕਰਾਂ ਕਿ ਮਾਰਚ ਅਪ੍ਰੈਲ ਦਾ ਜਿਹੜਾ ਟਾਈਮ ਸੀਗਾ ਕਾਫੀ ਤੁਹਾਨੂੰ ਪਤਾ ਹੈ ਕਿ ਕਿੰਨਾ ਕੋਵਿਡ ਦਾ ਪੀਕ ਟਾਈਮ ਉਦੋਂ ਸੀਗਾ ਤੇ ਉਦੋਂ ਵੀ ਜਿਹੜੀਆਂ ਸੇਲਸ ਸਾਡੀਆਂ ਕਨਸਟੈਂਟਲੀ ਚੱਲ ਰਹੀਆਂ ਸੀਗੀਆਂ ਤੇ ਅੱਜ ਹੀ ਸਾਡੀਆਂ ਕਹਿ ਲਓ ਕਿ 3 ਆਕਸ਼ਨਸ ਤੇ ਤਿੰਨੋਂ ਵਰ ਸੋਲਡ ਅੰਡਰ ਦਾ ਹੈਮਰ ਤੇ ਇੱਕ ਜਿਹੜੀ ਸਾਡੀ ਆਕਸ਼ਨ ਸੀ ਉਹਦੇ ਵਿੱਚ 28 ਗਰੁੱਪ ਜਿਹੜੇ ਸੀਗੇ ਉਹ ਰਜਿਸਟਰਡ ਜਿਹੜੇ ਸਾਡੇ ਕੋਲੇ ਸੀਗੇ ਆਲਰੇਡੀ ਤੇ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮਾਰਕੀਟ ਜਿਹੜੀ ਹੈ ਇਸ ਵੇਲੇ ਹੌਟ ਜਿੱਦਾਂ ਗੱਲ ਕੀਤੀ ਹੈ ਤਨੇ ਨੇ ਕਿ ਬਿਲਕੁਲ ਇੱਕ ਇਨਸਾਨ ਦੇ ਅੰਦਰ ਇੱਕ ਸੋਚਣ ਸ਼ਕਤੀ ਜਿਹੜੀ ਹੁੰਦੀ ਹੈ ਬਾਇਰ ਦੀ ਵੀ ਉਸੇ ਤਰੀਕੇ ਨਾਲ ਕੰਮ ਕਰਦੀ ਹੈ ਉਹ ਵੀ ਸੋਚਦੀ ਹੈ ਕਿ ਕੱਲ ਨੂੰ ਜਿਵੇਂ ਕਹਿ ਲਈਏ ਕਿ ਰੇਟਸ ਜਿਹੜੇ ਆ ਉਹ ਹਾਇਰ ਜਾ ਸਕਦੇ ਆ ਇਹ ਇੱਕ ਵਧੀਆ ਓਪਰਚੁਨਿਟੀ ਜਿਹੜੀ ਹੈ ਉਹਨਾਂ ਲਈ ਹੋ ਸਕਦੀ ਹੈ ਕਿ ਇਸ ਵੇਲੇ ਜਿਹੜਾ ਕਰ ਲਿਆ ਜਾਵੇ ਫੈਕਟ ਆਫ ਫੀਅਰ ਦੀ ਗੱਲ ਕੀਤੀ ਹੈ ਬਿਲਕੁਲ ਸਹੀ ਗੱਲ ਹੈ ਜੀ ਇਹ ਬਿਲਕੁਲ ਮੈਟਰ ਕਰਦਾ ਹੈ ਦਿਮਾਗ ਦੇ ਵਿੱਚ ਗੱਲ ਆਉਂਦੀ ਹੈ ਕਿ ਹੋ ਸਕਦਾ ਕੱਲ ਨੂੰ ਇਸ ਤੋਂ ਵਰਸ ਚਲਾ ਜਾਵੇ ਠੀਕ ਹੈ ਹੋ ਸਕਦਾ ਬੈਟਰ ਵੀ ਹੋ ਜੇ ਬਟ ਇਹ ਜਿਹੜੀਆਂ ਚੀਜ਼ਾਂ ਨੇ ਉਹ ਮਾਰਕੀਟ ਦੇ ਵਿੱਚ ਬਿਲਕੁਲ ਜਿਹੜੀਆਂ ਨੇ ਉਹ ਨਾਲ ਚੱਲਦੀਆਂ ਨੇ ਠੀਕ ਹੈ ਤਨੇਜਨ ਜੀ ਜਿਵੇਂ ਹੁਣੇ ਪਰਮਜੀਤ ਜੀ ਨੇ ਕਿਹਾ ਕਿ ਤੁਸੀਂ ਵਰਚੁਅਲ ਵੀ ਲੋਕਾਂ ਨੂੰ ਘਰ ਖਰੀਦਣ ਵਿੱਚ ਮਦਦ ਕੀਤੀ ਹੈਗੀ ਹੈ ਪਰ ਵਰਚੁਅਲੀ ਕਿਸ ਤਰ੍ਹਾਂ ਜਿਹੜਾ ਇੱਕ ਬਾਹਰ ਹੈਗਾ ਉਹ ਘਰ ਨੂੰ ਦੇਖ ਸਕਦਾ ਪਰਖ ਸਕਦਾ ਕਿਉਂਕਿ ਜਦੋਂ ਅਸੀਂ ਨਵੇਂ ਘਰ ਦੀ ਲੈਣ ਦੀ ਬਾਰੇ ਸੋਚਦੇ ਹਾਂ ਤਾਂ ਘਰ ਵਿੱਚ ਅਸੀਂ ਜਾ ਕੇ ਦੇਖਦੇ ਹਾਂ ਕਿਤੇ ਘਰ ਵਿੱਚ ਕੋਈ ਤਰੇੜਾਂ ਤਾਂ ਨਹੀਂ ਪਈਆਂ ਹੋਈਆਂ ਕੋਈ ਕ੍ਰੈਕ ਤਾਂ ਨਹੀਂ ਹੈ ਕਿਤੇ ਕੋਈ ਸੀਲਨ ਤਾਂ ਨਹੀਂ ਆ ਰਹੀ ਜਾਂ ਕਿੰਨੀ ਰੈਨੋਵੇਸ਼ਨ ਦੀ ਜ਼ਰੂਰਤ ਹੈ ਪਰ ਵਰਚੁਅਲੀ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਕਈ ਚੀਜ਼ਾਂ ਲੁਕੀਆਂ ਰਹਿ ਜਾਂਦੀਆਂ ਕਈ ਚੀਜ਼ਾਂ ਨੂੰ ਨਹੀਂ ਦੇਖ ਪਾਉਂਦਾ ਬਾਹਰ ਤਾਂ ਕਿਸ ਤਰ੍ਹਾਂ ਤਰੀਕੇ ਨਾਲ ਉਹ ਸਾਵਧਾਨੀਆਂ ਵਰਤੇ ਔਰ ਵਰਚੁਅਲ ਤਰੀਕੇ ਨਾਲ ਜੇ ਅਗਰ ਘਰ ਉਹ ਦੇਖ ਰਿਹਾ ਤਾਂ ਕਿਹੜੀਆਂ ਸਾਵਧਾਨੀਆਂ ਉਹਨੂੰ ਵਰਤਣੀਆਂ ਚਾਹੀਦੀਆਂ ਨੇ ਪਹਿਲੇ ਤਾਂ ਇਹ ਜਿਹੜੇ ਲੋਕ ਜਿਨ੍ਹਾਂ ਨੇ ਵਰਚੁਅਲ ਪ੍ਰਾਪਰਟੀ ਸਾਡੇ ਤੋਂ ਸਪਟੈਂਬਰ ਅਗਸਤ ਦੇ ਮਹੀਨੇ 'ਚ ਲਿੱਤੀਆਂ ਇਹ ਉਹ ਲੋਕ ਨੇ ਜਿਹੜੇ ਲਾਸਟ 6 ਮਹੀਨੇ ਤੋਂ 7 ਮਹੀਨੇ ਤੋਂ ਮਾਰਕੀਟ ਦੇ ਵਿੱਚ ਪ੍ਰਾਪਰਟੀ ਲੱਭ ਰਹੇ ਨੇ ਇਹਨਾਂ ਕੋਲ ਪ੍ਰੀ ਅਪਰੂਵਲ ਸੀਗੀਆਂ ਤੇ ਪ੍ਰੀ ਅਪਰੂਵਲ ਐਕਸਪਾਇਰ ਹੋਣ ਵਾਲੀਆਂ ਸੀ ਤੇ ਨਾਲ ਕਿਸੇ ਦੀ ਕੋਈ ਲੋੜ ਸੀ ਕਿ ਕੋਈ ਮਤਲਬ ਨਿਊ ਬੇਬੀ ਐਕਸਪੈਕਟ ਕਰ ਰਿਹਾ ਤੇ ਵਰਚੁਅਲੀ ਅਸੀਂ ਕੀ ਕਰਦੇ ਹਾਂ ਕਿ ਫੋਰ ਐਗਜ਼ਾਮਪਲ ਵੈਂਡੋਰ ਹੈਗਾ ਵੈਂਡੋਰ ਘਰ ਕਿਉਂਕਿ ਸਟੇਜ 4 ਦੇ ਵਿੱਚ ਇਟਸ ਵੈਰੀ ਸਟ੍ਰਿਕਟ ਕਿ ਅਸੀਂ ਘਰ ਤੋਂ ਬਾਹਰ ਨਹੀਂ ਜਾ ਸਕਦੇ ਅਸੀਂ ਰੀਅਲ estate ਤੇ $120,000 ਦਾ ਫਾਈਨ ਹੈ ਜੇ ਅਸੀਂ ਕੋਈ ਇਨਸਪੈਕਸ਼ਨ ਕੰਡਕਟ ਵੀ ਕਰਦੇ ਹਾਂ ਤੇ ਵਰਚੁਅਲੀ ਓਨਲੀ ਵੀ ਕੈਨ ਡੂ ਤੇ ਉਹਦੇ ਵਿੱਚ ਕੀ ਹੈ ਕਿ ਅਸੀਂ ਵੈਂਡੋਰ ਨੂੰ ਇੱਕ ਜ਼ੂਮ ਦਾ ਲਿੰਕ ਭੇਜ ਦਿੰਦੇ ਹਾਂ ਤੇ ਜ਼ੂਮ ਦੇ ਰਾਹੀਂ ਅਸੀਂ ਬਾਇਰ ਨੂੰ ਵੀ ਲਿੰਕ ਭੇਜਦੇ ਹਾਂ ਤਾਂ ਵੈਂਡੋਰ ਆਪਣਾ ਘਰ ਮੋਬਾਈਲ ਦੇ ਰਾਹੀਂ ਸਾਰਾ ਉਹਨਾਂ ਨੂੰ ਗੋ ਥਰੂ ਕਰਾਉਂਦਾ ਜੋ ਵੀ ਕੁਐਸਚਨਸ ਹੁੰਦੇ ਆ ਅਸੀਂ ਉਹਨਾਂ ਦੇ ਵੈਂਡੋਰ ਦੇ ਸਾਹਮਣੇ ਹੀ ਆਨਸਰ ਕਰਦੇ ਹਾਂ ਪੂਰੀ ਟ੍ਰਾਂਸਪੇਰੈਂਟ ਤੇ ਉਸ ਤੋਂ ਇਲਾਵਾ ਉਹਦੇ ਵਿੱਚ ਬਿਲਡਿੰਗ ਇਨਸਪੈਕਸ਼ਨ ਤੇ ਪੈਸਟ ਇਨਸਪੈਕਸ਼ਨ ਦਾ ਪੂਰਾ ਕਲੌਜ਼ ਪਾਇਆ ਜਾਂਦਾ ਕਿ ਬਈ ਇਹ ਪ੍ਰਾਪਰਟੀ ਤਾਂ ਅੱਗੇ ਜਾਏਗੀ ਜੇ ਬਿਲਡਿੰਗ ਇੰਸਪੈਕਟਰ ਸੈਟੀਸਫਾਈ ਹੋਏਗਾ ਤੇ ਬਿਲਡਿੰਗ ਇੰਸਪੈਕਟਰ ਨਾਰਮਲੀ ਸਾਰੀ ਫੋਟੋ ਵਗੈਰਾ ਲੈ ਕੇ ਉਹਨਾਂ ਨੂੰ ਦਿੰਦਾ ਤੇ ਜੇ ਉਹ ਸੈਟੀਸਫਾਈ ਹੁੰਦੇ ਆ ਉਤੋਂ ਤਾਂ ਉਹ ਅੱਗੇ ਜਾਂਦੀ ਹੈ ਇਹਦਾ ਦੂਸਰਾ ਕਾਰਨ ਇਹ ਵੀ ਹੈ ਕਿ ਇਹ ਪ੍ਰਾਪਰਟੀ ਵਰਚੁਅਲੀ ਇਸ ਲਈ ਵਿਕ ਰਹੀ ਹੈ ਕਿਉਂਕਿ ਜੌਬ ਕੀਪਰ ਤੇ ਜੌਬ ਸੀਕਰ ਜਿਹੜੀ ਇਕਨੋਮੀ ਦੇ ਵਿੱਚ ਸਟਿਮੂਲਸ ਜਿਹੜਾ ਗਵਰਨਮੈਂਟ ਨੇ ਦਿੱਤਾ ਹੈ ਉਹ ਹੌਲੀ ਹੌਲੀ ਹੁਣ ਫਿਨਿਸ਼ ਹੋ ਰਿਹਾ ਜਾਂ ਹੁਣ ਰਿਡਿਊਸ ਹੋ ਗਿਆ ਤੇ ਅੱਗੇ ਜਾ ਕੇ ਉਹਨੂੰ ਲੱਗਦਾ ਕਿ ਉਹ ਫਿਨਿਸ਼ ਹੋ ਜਾਏਗਾ ਤੇ ਜਿਹੜਾ ਵੇਚਣ ਵਾਲਾ ਉਹਦੇ ਲਈ ਬੈਸਟ ਇਹ ਹੈ ਕਿ ਜੇ ਉਹ ਜੌਬ ਕੀਪਰ ਇੱਕ ਫਿਨਿਸ਼ ਹੋ ਗਿਆ ਤਾਂ ਇੱਕ ਗੈਂਬਲ ਹੋ ਜਾਏਗਾ ਮਾਰਕੀਟ ਹੋਰ ਡਾਊਨ ਹੋ ਜਾਏਗੀ ਤੇ ਜਿਹੜੇ ਬਾਇਰਸ ਨੇ ਉਹਨਾਂ ਦੇ ਵੀ ਆਵਰਸ ਜਿਹੜੇ ਅਫੈਕਟ ਹੋ ਰਹੇ ਨੇ ਤੇ ਜੇ ਉਹ ਹੋਰ ਅਫੈਕਟ ਹੋ ਗਏ ਤੇ ਦੇ ਕਾਂਟ ਬਾਈ ਦ ਲੋਨ ਦੇ ਕੈਨ ਨਾਟ ਗੈਟ ਪ੍ਰਾਪਰਟੀ ਤੇ ਉਹ ਚੀਜ਼ ਇੱਕ ਬਹੁਤ ਮੈਟਰ ਕਰਦੀ ਹੈ ਇੱਕ ਖਰੀਦਦਾਰ ਨੂੰ ਦੈਟਸ ਵਾਈ ਉਹ ਵਰਚੁਅਲੀ ਲੈ ਰਹੇ ਹੈ ਬਟ ਵਰਚੁਅਲੀ ਅਸੀਂ ਮੇਕ ਸ਼ੋਰ ਕਰਦੇ ਹਾਂ
ਕਿ ਉਹਨਾਂ ਦੇ ਜਿੰਨੇ ਵੀ ਕੁਐਸਚਨਸ ਹੈਗੇ ਆ, ਜੋ ਵੀ ਰਿਪੇਅਰਸ ਹੈਗੀਆਂ ਘਰ ਦੀਆਂ, ਜੇ ਕੋਈ ਵਾਟਰ ਲੀਕੇਜ ਤਾਂ ਨਹੀਂ ਹੈ ਇਹਦੇ ਵਿੱਚ, ਕੋਈ ਸਟਰਕਚਰਲ ਡੈਮੇਜ ਤਾਂ ਨਹੀਂ ਹੈ, ਕਿਤੇ ਕੋਈ ਕ੍ਰੈਕਸ ਹੈ, ਕੋਈ ਹੋਰ ਵੀ ਕੋਈ ਮਤਲਬ ਆਊਟਸਾਈਡ ਪ੍ਰੋਪਰਟੀ ਵੀ ਕੋਈ ਸਟਰਕਚਰ ਦੇ ਵਿੱਚ ਪ੍ਰੋਬਲਮ ਨਹੀਂ ਹੈ, ਜੇ ਇਫ ਦੈਟ ਇਜ਼ देयर ਵੈਂਡਰ ਵਿਲ ਗੈਟ ਦੈਟ ਫਿਕਸਡ, ਤੇ ਉਹ ਉਹਨਾਂ ਨੂੰ ਅਸੀਂ ਅਸ਼ੋਰੈਂਸ ਦਿੰਦੇ ਆ ਤਾਂ ਜਾ ਕੇ ਉਹ ਪ੍ਰੋਪਰਟੀ ਵਰਚੁਅਲੀ ਲੈ ਰਹੇ। ਠੀਕ ਹੈ ਪਰਮ ਜੀ, ਜੇਕਰ ਜਿਵੇਂ ਹੁਣ ਤਰਨ ਜੀ ਨੇ ਕਿਹਾ ਕਿ ਇਹ ਤਾਂ ਸਾਰਾ ਕੁਝ ਚੰਗਾ ਭਲਾ ਦੱਸ ਦਿੰਦੇ ਨੇ ਔਰ ਪੂਰੀ ਪਰਖ ਤੋਂ ਬਾਅਦ ਹੀ ਇੱਕ ਪ੍ਰੋਪਰਟੀ ਜਿਹੜੀ ਹੈਗੀ ਹੈ ਸਾਹਮਣੇ ਰੱਖੀ ਜਾਂਦੀ ਹੈ, ਲੇਕਿਨ ਇੱਕ ਬੰਦਾ ਜਿਹੜਾ ਖਰੀਦਣ ਜਾ ਰਿਹਾ ਪ੍ਰੋਪਰਟੀ ਔਰ ਦੂਸਰਾ ਬੰਦਾ ਜਿਹੜਾ ਪ੍ਰੋਪਰਟੀ ਵੇਚ ਰਿਹਾ ਹੈ ਜਾਂ ਖਰੀਦ ਰਿਹਾ ਹੈ, ਦੋਨਾਂ ਲਈ ਕਿਹੜੀਆਂ ਸਾਵਧਾਨੀਆਂ ਤੁਹਾਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਨੇ? ਦੇਖੋ, ਪਹਿਲਾਂ ਵੀ ਜਿਹੜੀ ਮੈਂ ਗੱਲ ਕਹੀ ਸੀ ਕਿ ਇੱਥੇ ਹਰ ਇੱਕ ਚੀਜ਼ ਟਰਾਂਸਪੇਰੈਂਟ ਹੁੰਦੀ ਹੈ, ਇੱਥੇ ਪੇਪਰ ਦੇ ਉੱਪਰ ਜਿਹੜੀ ਹੈ ਉਹ ਹਰ ਇੱਕ ਚੀਜ਼ ਹੁੰਦੀ ਹੈ, ਤੇ ਸਭ ਤੋਂ ਵੱਡੀ ਸਾਵਧਾਨੀ ਜਿਹੜੀ ਵਰਤਣ ਦੀ ਲੋੜ ਹੈ, ਜਿੱਦਾਂ ਪਹਿਲਾਂ ਤਨੇ ਨੇ ਕਿਹਾ ਸੀਗਾ ਕਿ ਤੁਸੀਂ ਉਸ ਪੇਪਰ ਨੂੰ, ਉਸ ਡਾਕੂਮੈਂਟ ਨੂੰ ਆਪ ਗੋ ਥਰੂ ਉਹਦੇ ਹੋਵੋ, ਤੇ ਤੁਹਾਡੇ ਕੋਲੇ ਕਿੱਦਾਂ ਦਾ ਕਨਵੈਂਸਰ ਜਿਹੜਾ ਹੈਗਾ ਉਹਦਾ ਦੀ ਕਹਿ ਲਓ ਕਿ ਰੈਪੂਟੇਸ਼ਨ ਪਹਿਲਾਂ ਮਾਰਕੀਟ ਦੇ ਵਿੱਚ, ਤੇ ਇੱਥੇ ਇੱਕ ਜਿਹੜਾ ਵੈਸੇ ਮੇਰੇ ਖਿਆਲ ਦੇ ਵਿੱਚ ਗਲੋਬਲੀ ਇਹ ਚੀਜ਼ ਚੱਲਦੀ ਹੈ, ਉਹਨੂੰ ਆਪਾਂ ਕਹਿ ਦਿੰਦੇ ਆ ਕਿ ਸਾਨੂੰ ਇੱਕ ਰੇਟਿੰਗ ਜਿਹੜੀ ਹੈ ਜਾਂ ਰਿਵਿਊਜ਼ ਆਪਾਂ ਕਹਿ ਦਿੰਦੇ ਆ, ਉਹ ਜਿਹੜੇ ਜਿਸ ਬੰਦੇ ਨਾਲ ਤੁਸੀਂ ਡੀਲ ਕਰਦੇ ਹੋ ਉਹਨਾਂ ਦੇ ਰਿਵਿਊਜ਼ ਜ਼ਰੂਰ ਦੇਖੋ, ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਦੀ ਰੈਪੂਟੇਸ਼ਨ ਲੈ ਕੇ ਉਹ ਚੱਲ ਰਹੇ ਨੇ, ਤੇ ਫਿਰ ਜਿਹੜਾ ਕਹਿ ਲਓ ਕਿ ਤੁਹਾਡੇ ਲਈ ਥੋੜਾ ਜਿਹਾ ਸੁਖਾਲਾ ਹੋ ਜਾਂਦਾ, ਕਿਉਂਕਿ ਪਹਿਲਾਂ ਵੀ ਗੱਲ ਕੀਤੀ ਹੈ ਕਿ ਮਾਮਲਾ ਜਿਹੜਾ ਇਹ 100 ਦਾ ਜਾਂ 1000 ਦਾ ਨਹੀਂ, ਇਹ ਲੱਖਾਂ ਦਾ ਮਾਮਲਾ ਹੁੰਦਾ, ਬਟ ਫਿਰ ਵੀ ਕਿਉਂਕਿ ਜਿਹੜੀ ਚੀਜ਼ ਇੱਕ ਰਿਟਨ ਹੋਵੇ, ਡਾਕੂਮੈਂਟਡ ਹੋਵੇ, ਉਸ ਚੀਜ਼ ਨੂੰ ਤੁਸੀਂ ਉਸ ਤੋਂ ਮੁੱਕਰ ਨਹੀਂ ਸਕਦੇ। ਮੂੰਹ ਜ਼ਬਾਨੀ ਕੀਤੀ ਗੱਲ ਜਿਹੜੀ ਹੈ, ਆਸਟ੍ਰੇਲੀਆ ਦੀ ਇਹੀ ਖੂਬਸੂਰਤੀ ਹੈ, ਆਸਟ੍ਰੇਲੀਆ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਹੈ ਮੂੰਹ ਜ਼ਬਾਨੀ ਜਿਹੜੀ ਹੈ ਉਹਨੂੰ ਮੰਨਿਆ ਨਹੀਂ ਜਾਂਦਾ ਜਦ ਤੱਕ ਕਿ ਉਹ ਕਹਿ ਲਓ ਕਿ ਆਨ ਦਾ ਕੈਮਰਾ ਨਾ ਹੋਵੇ, ਆਨ ਦਾ ਰੈਕੋਰਡ ਨਾ ਹੋਵੇ। ਰੈਕੋਰਡ ਜਿਹੜਾ ਸਭ ਤੋਂ ਵਧੀਆ ਤਰੀਕਾ ਇੱਥੇ ਜਿਹੜਾ ਉਹ ਡਾਕੂਮੈਂਟ ਕਰਨ ਦਾ, ਕਿ ਉਸ ਚੀਜ਼ ਨੂੰ ਜਿਹੜਾ ਪ੍ਰੋਪਰਲੀ ਡਾਕੂਮੈਂਟ ਕਰੋ, ਡਾਕੂਮੈਂਟ ਨੂੰ ਸਹੀ ਤਰੀਕੇ ਦੇ ਨਾਲ ਤਰਤੀਬਵਾਰ ਜਿਹੜਾ ਉਹ ਪੜ੍ਹੋ, ਤੇ ਇਹ ਏਜੰਟ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਤੁਹਾਡੀ ਜਿਹੜੀ ਡਾਕੂਮੈਂਟੇਸ਼ਨ ਹੈ ਉਹ ਜਿਹੜੀ ਕਰਦਾ, ਪ੍ਰੋਪਰਟੀ ਜਿਹੜੀ ਹੈ ਤੁਹਾਡਾ ਜ਼ਿੰਦਗੀ ਦਾ ਸਭ ਤੋਂ ਇੱਕ ਕਹਿ ਲਈਏ ਕਿ ਪੰਜਾਬੀ ਦੇ ਵਿੱਚ ਗਹਿਣਾ ਜਿਹੜਾ ਉਹ ਤੁਹਾਡੇ ਇਸ ਐਸੈਟ ਨੂੰ, ਇਸ ਗਹਿਣੇ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਮਾਰਕੀਟ ਦੇ ਵਿੱਚ ਉਤਾਰਦਾ, ਤੇ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਉਹਦੀ ਕੀਮਤ ਜਿਹੜੀ ਹੈ ਉਹ ਤੁਹਾਡੇ ਕਹਿ ਲਓ ਕਿ ਜਿਵੇਂ ਮਾਰਕੀਟ ਦੇ ਵਿੱਚ ਜਿਹੜੀ ਹੈ ਉਹ ਲਗਾਈ ਜਾਂਦੀ ਹੈ, ਤੇ ਕਿਸ ਤਰੀਕੇ ਦੇ ਨਾਲ ਤੁਹਾਨੂੰ ਇੱਕ ਜਿਹੜਾ ਪਸੰਦੀਦਾ ਕਹਿ ਲਈਏ ਆਪਾਂ ਰੇਟ ਉਹ ਤੁਹਾਨੂੰ ਮਿਲਦਾ ਹੈ। ਬਿਲਕੁਲ ਤਨੀ ਜੀ, ਇੱਥੇ ਜ਼ਰੂਰ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ, ਕਿਉਂਕਿ ਜੇਕਰ ਕੋਈ ਨਾਨ ਰੈਜ਼ੀਡੈਂਟ ਹੈਗਾ, ਆਸਟ੍ਰੇਲੀਆ ਦਾ ਨਹੀਂ ਵੀ ਰਹਿਣ ਵਾਲਾ ਹੈਗਾ, ਕੀ ਉਹ ਵੀ ਪ੍ਰੋਪਰਟੀ ਆਸਟ੍ਰੇਲੀਆ ਵਿੱਚ ਆਪਣੀ ਬਣਾ ਸਕਦਾ ਹੈ? ਜੇਕਰ ਹਾਂ ਤਾਂ ਕਿਸ ਤਰ੍ਹਾਂ? ਹਾਂਜੀ, ਨਾਨ ਰੈਜ਼ੀਡੈਂਟ ਜ਼ਰੂਰ ਆਪਣੀ ਪ੍ਰੋਪਰਟੀ ਆਸਟ੍ਰੇਲੀਆ ਦੇ ਵਿੱਚ ਖਰੀਦ ਸਕਦਾ ਹੈ, ਬਣਾ ਸਕਦਾ ਹੈ, ਬਟ ਬਿਫੋਰ ਉਹਨੂੰ ਇਹ ਸਭ ਕੰਮ ਕਰਨ ਤੋਂ ਪਹਿਲਾਂ ਉਹਨੂੰ ਫੋਰਨ ਇਨਵੈਸਟਮੈਂਟ ਰਿਵਿਊ ਬੋਰਡ FIRB ਦੀ ਪਰਮਿਸ਼ਨ ਲੈਣੀ ਪੈਂਦੀ ਹੈ। ਉਹਦੀ ਇੱਕ ਐਪਲੀਕੇਸ਼ਨ ਫੀਸ ਹੁੰਦੀ ਹੈ ਜਿਹੜੀ ਕਿ ਸਮੇਂ-ਸਮੇਂ ਨਾਲ ਚੇਂਜ ਹੁੰਦੀ ਹੈ, ਤੇ ਉਹਨਾਂ ਨੂੰ ਆਪਣੀ ਐਪਲੀਕੇਸ਼ਨ ਉੱਥੇ ਸਬਮਿਟ ਕਰਕੇ ਆਪਣੀ ਫੀਸ ਜਮ੍ਹਾਂ ਕਰਕੇ ਉਹਨਾਂ ਤੋਂ ਪਰਮਿਸ਼ਨ ਲੈਣੀ ਹੁੰਦੀ ਹੈ। ਉਸ ਤੋਂ ਬਾਅਦ ਉਹ ਆਪਣੀ ਪ੍ਰੋਪਰਟੀ ਇੱਥੇ ਬਣਾ ਸਕਦਾ ਹੈ। ਜੇ ਕਿ ਉਹ ਲੋਨ ਲੈਣ ਚਾਹਣਗੇ ਤਾਂ ਉਹਨਾਂ ਨੂੰ ਲੋਨ 80% ਮੈਕਸਿਮਮ ਕੋਈ ਬੈਂਕ ਦੇ ਸਕਦਾ। ਔਰ ਦੂਸਰੀ ਗੱਲ, ਜੇਕਰ ਰੈਨੋਵੇਸ਼ਨਸ ਦੀ ਗੱਲ ਕਰੀਏ ਤਾਂ ਇਸ ਸਮੇਂ ਰੈਨੋਵੇਸ਼ਨਸ ਦਾ ਕੀ ਮਾਹੌਲ ਚੱਲ ਰਿਹਾ ਹੈ? ਕੀ ਲੋਕਾਂ ਨੂੰ ਇਸ ਸਮੇਂ ਰੈਨੋਵੇਸ਼ਨ ਕਰਾਉਣੀ ਚਾਹੀਦੀ ਹੈ? ਤਨੇ ਜੀ, ਵਿਕਟੋਰੀਆ ਦੇ ਵਿੱਚ ਰੈਨੋਵੇਸ਼ਨਸ ਦਾ ਬਹੁਤ ਜ਼ਿਆਦਾ ਬੂਮ ਹੈ ਇਸ ਟਾਈਮ, ਬਹੁਤ ਲੋਕ ਰੈਨੋਵੇਸ਼ਨਸ ਕਰਾ ਰਹੇ ਨੇ, ਬਟ ਸਟੇਜ 4 ਲੋਕਡਾਊਨ ਕਾਰਨ ਜੇ ਰੈਨੋਵੇਸ਼ਨਸ ਤੇ ਸਖਤ ਮਨਾਹੀ ਹੈ, ਬਟ ਇਹ ਰੈਨੋਵੇਸ਼ਨਸ ਇਸ ਲਈ ਹੋ ਰਹੀਆਂ ਨੇ ਕਿਉਂਕਿ ਫੈਡਰਲ ਗਵਰਨਮੈਂਟ ਨੇ ਕਾਫੀ ਗ੍ਰਾਂਟਸ ਜਿਹੜੀਆਂ ਇੰਟਰੋਡਿਊਸ ਕੀਤੀਆਂ ਰੈਨੋਵੇਸ਼ਨਸ ਦੀ। ਜੇ ਕੋਈ $1.5 ਲੱਖ ਅਪ ਟਿਲ $150,000 ਕਰਕੇ ਕੋਈ ਰੈਨੋਵੇਸ਼ਨਸ ਕਰਾਉਣਾ ਚਾਹੁੰਦਾ ਹੈ ਤੇ ਉਹਨਾਂ ਨੂੰ ਸਰਕਾਰ $25,000 ਦੀ ਗ੍ਰਾਂਟ ਦਿੰਦੀ ਹੈ। ਜੀ, ਜੇਕਰ ਅਸੀਂ ਕ੍ਰਿਸਮਸ ਦੀ ਗੱਲ ਕਰੀਏ, ਕਿਉਂਕਿ ਕ੍ਰਿਸਮਸ ਅਜਿਹਾ ਤਿਉਹਾਰ ਹੈ ਜੋ ਕਿ ਬਹੁਤ ਹੀ ਧੂਮਧਾਮ ਨਾਲ ਆਸਟ੍ਰੇਲੀਆ ਵਿੱਚ ਮਨਾਇਆ ਜਾਂਦਾ, ਔਰ ਕ੍ਰਿਸਮਸ ਦੇ ਆਸ-ਪਾਸ ਕੀ ਬਹੁਤ ਜ਼ਿਆਦਾਤਰ ਆਪਣੀਆਂ ਪ੍ਰੋਪਰਟੀਜ਼ ਖਰੀਦਦੇ ਵੀ ਨੇ, ਆਪਣੀਆਂ ਨਵੀਆਂ ਬਣਾਉਂਦੇ ਨੇ ਪ੍ਰੋਪਰਟੀਜ਼। ਇਸ ਵਾਰੀ ਕ੍ਰਿਸਮਸ ਕਿਹੋ ਜਿਹਾ ਰਹਿਣ ਵਾਲਾ ਹੈ? ਮੈਨੂੰ ਲੱਗਦਾ ਹੈ ਕਿ ਬਈ ਹਰ ਸਾਲ ਕ੍ਰਿਸਮਸ ਤੇ ਛੁੱਟੀਆਂ ਹੁੰਦੀਆਂ ਆਸਟ੍ਰੇਲੀਆ ਦੇ ਵਿੱਚ। ਕਾਫੀ ਰੀਅਲ ਐਸਟੇਟ ਏਜੰਟਸ ਵੀ ਛੁੱਟੀ ਲੈਂਦੇ ਕਿਉਂਕਿ ਉਹੀ ਇੱਕ ਸਮਾਂ ਹੁੰਦਾ ਹੈ ਰੀਅਲ ਐਸਟੇਟ ਏਜੰਟ ਕੋਲ ਤੇ ਏਜੰਸੀਜ਼ ਕੋਲ ਵੀ ਛੁੱਟੀਆਂ ਲੈਣ ਦਾ, ਤੇ ਉਸ ਪੀਰੀਅਡ ਦੇ ਵਿੱਚ ਬਹੁਤ ਘੱਟ ਟ੍ਰਾਂਜੈਕਸ਼ਨ ਹੁੰਦੀ ਹੈ ਜਿਹੜੀ ਕਿ 10 ਤੋਂ 15 ਦਿਨ ਦਾ ਪੀਰੀਅਡ ਹੁੰਦਾ ਹੈ। ਪਰ ਇਸ ਸਾਲ ਜਿਹੜਾ ਲੱਗ ਰਿਹਾ ਕਿ ਬਈ ਕ੍ਰਿਸਮਸ ਦੀ ਛੁੱਟੀਆਂ ਕੋਈ ਵੀ ਨਹੀਂ ਲਏਗਾ ਤੇ
ਕੰਮ ਜਿਹੜਾ ਕਿ ਨਾਰਮਲ ਡੇਜ਼ ਦੇ ਨਾਲ ਚੱਲੇਗਾ, ਕਿਉਂਕਿ ਆਲਮੋਸਟ ਸਾਰਾ ਸਾਲ ਹੀ ਕੋਵਿਡ ਕਰਕੇ ਲੋਕਡਾਊਨ ਦੇ ਵਿੱਚ ਛੁੱਟੀਆਂ ਚੱਲਦੀ ਰਹੀਆਂ ਤੇ ਮਾਰਕੀਟ ਐਵੇਂ ਲੱਗ ਰਹੀ ਹੈ ਇਸ ਟਾਈਮ ਜਿਸ ਤਰ੍ਹਾਂ ਦੀ ਸਾਨੂੰ ਇਨਕੁਆਇਰੀਜ਼ ਆ ਰਹੀਆਂ ਲੋਕਾਂ ਤੋਂ। ਫੋਰ ਐਗਜ਼ਾਮਪਲ ਅਸੀਂ ਯੂਕੇ ਦਾ ਐਗਜ਼ਾਮਪਲ ਲਈਏ, ਨਿਊਜ਼ੀਲੈਂਡ ਦਾ ਐਗਜ਼ਾਮਪਲ ਲਈਏ, ਜਿਵੇਂ ਲੋਕਡਾਊਨ ਸਟੇਜ 4 ਤੋਂ ਬਾਅਦ ਉੱਥੇ ਬੂਮ ਆਇਆ ਸੀ, ਇੱਥੇ ਵੀ ਬੂਮ ਆਉਣ ਦੀ ਹੁਣ ਐਕਸਪੈਕਟੇਸ਼ਨਸ ਹੈਗੀਆਂ। परम जी यही सवाल मैं तुहाडे तो ही करना चाहांगा क्योंकि लगातार कैनबरा न्यू साउथ वेल्स की गल करिए तो उत्थे किस तरह का बूम इस समय देखा जा रहा है और क्रिसमस तक किस तरह का बूम रहने वाला है। ਜੀ ਜਿੱਦਾਂ ਮੈਂ ਤੁਹਾਨੂੰ ਜ਼ਿਕਰ ਕੀਤਾ ਸੀਗਾ ਕਿ ਸਾਡੇ ਪਹਿਲੇ ਹੀ ਸਟੈਟਿਸਟਿਕਸ ਜਿਹੜੇ ਸੀਗੇ ਕਿ ਪ੍ਰਾਪਰਟੀ ਦੇ ਕਾਫੀ ਐਜ਼ ਕੰਪੇਅਰ ਟੂ ਅਦਰ ਸਟੇਟਸ ਜਿਹੜੇ ਆ ਉਹ ਵਧੀਆ ਰਹੇ ਆ ਪਰਫਾਰਮੈਂਸ ਵਾਈਜ਼ ਡੈਫੀਨੇਟਲੀ, ਕਿਉਂਕਿ ਜਿਉਂ ਰੈਸਟ੍ਰਿਕਸ਼ਨਸ ਘਟਣਗੀਆਂ ਕਿਉਂ ਲੋਕਾਂ ਦਾ ਜਿਹੜਾ ਘਰੋਂ ਬਾਹਰ ਨਿਕਲਣਾ ਹੋਰ ਸੁਖਾਲਾ ਹੋਊਗਾ, ਉਹਨਾਂ ਦੀਆਂ ਬਰਾਊਜ਼ਿੰਗ ਆਪਸ਼ਨਸ ਜਿਹੜੀਆਂ ਨੇ ਉਹ ਵੀ ਜ਼ਿਆਦਾ ਵਧਣਗੀਆਂ। ਮਾਰਕੀਟ ਦੇ ਵਿੱਚ ਕਹਿ ਲਓ ਕਿ ਜਿੰਨਾ ਜ਼ਿਆਦਾ ਗਾਹਕ ਅਸੀਂ ਗੱਲ ਕਰੀਏ ਉਹ ਹੋਊਗਾ, ਸਪਲਾਈ ਓਬਵੀਅਸਲੀ ਹੈਗੀ ਹੈ, ਜਿਵੇਂ ਕਹਿ ਲਈਏ ਕਿ ਡਿਮਾਂਡ ਵਰਸਸ ਸਪਲਾਈ ਵਾਲਾ ਇਹ ਚੱਲਦਾ ਹੁੰਦਾ ਹੈ। ਬਟ ਜਿੱਥੇ ਗੱਲ ਕਰੀਏ, ਤਨੇ ਜੀ ਨੇ ਪਹਿਲਾਂ ਵੀ ਕਿਹਾ ਸੀਗਾ ਕਿ ਫੀਅਰ ਫੈਕਟ ਜਿਹੜਾ ਉਹ ਚੀਜ਼ ਜਿਹੜੀ ਹੈ ਉਹ ਵੀ ਥੋੜਾ ਜਿਹਾ ਦਿਮਾਗ ਦੇ ਵਿੱਚੋਂ ਨਿਕਲਦੀ ਹੈ ਤੇ ਲੋਕ ਹੋਰ ਜ਼ਿਆਦਾ ਖੁੱਲ੍ਹ ਕੇ ਜਿਹੜੇ ਆ ਉਹ ਕਹਿ ਲਓ ਕਿ ਆਪਣੀ ਪਰਚੇਜ਼ਿੰਗ ਕਰਦੇ ਨੇ। ਨਾਲ ਇੱਕ ਜਿਹੜੀ ਗੱਲ ਹੈ ਕਿ ਸਰਕਾਰੀ ਜਿਹੜੀਆਂ ਕਹਿ ਲਓ ਕਿ ਗ੍ਰਾਂਟਾਂ ਨੇ ਉਹਦਾ ਵੀ ਇੱਕ ਬਹੁਤ ਵੱਡਾ ਫੈਕਟ ਜਿਹੜਾ ਉਹ ਰਹੂਗਾ ਜੀ, ਕਿਉਂਕਿ ਇਹ ਦਸੰਬਰ ਤੱਕ ਜਿਹੜੀਆਂ ਨੇ ਇਸ ਵੇਲੇ ਜਿਹੜੀਆਂ ਕਰੰਟਲੀ ਜਿਹੜੀਆਂ ਕਿਆਸਾਂ ਲਾਈਆਂ ਜਾ ਰਹੀਆਂ ਨੇ ਕਿ ਦਸੰਬਰ ਤੱਕ ਜਿਹੜੀਆਂ ਨੇ ਉਹ ਅਵੇਲੇਬਲ ਤੁਹਾਨੂੰ ਹੋਣਗੀਆਂ ਜੀ। ਉਸ ਤੋਂ ਬਾਅਦ ਉਹਨੂੰ ਐਕਸਟੈਂਡ ਕੀਤਾ ਜਾਊਗਾ, ਕਿਸ ਤਰੀਕੇ ਨਾਲ ਕੀਤਾ ਜਾਊਗਾ ਉਹਦੇ ਤੇ ਜਿਹੜਾ ਕਿ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਦੇ ਵਿਚਾਰ ਹੋ ਸਕਦੇ ਆ, ਸਟੇਟ ਵਾਈਜ਼ ਵੀ ਅਲੱਗ ਹੋ ਸਕਦਾ। ਤੇ ਬਿਲਕੁਲ ਜਿਹੜਾ ਕ੍ਰਿਸਮਸ ਦਾ ਟਾਈਮ ਹੈ ਇਸ ਵੇਲੇ ਦਿਖ ਰਿਹਾ ਕਿ ਛੁੱਟੀ ਦਾ ਕੋਈ, ਕਿਉਂਕਿ ਪਹਿਲਾਂ ਹੀ ਜੇ ਗੱਲ ਕਰੀਏ ਤਾਂ ਇੱਕ ਤਰ੍ਹਾਂ ਦਾ ਛੁੱਟੀ ਦਾ ਹੀ ਮਾਹੌਲ ਹੈ, ਕਿਉਂਕਿ ਵਰਕ ਫਰੋਮ ਹੋਮ ਵਾਲਾ ਕਲਚਰ ਜਿਹੜਾ ਇਸ ਵੇਲੇ ਚੱਲ ਰਿਹਾ। ਪਰ ਨਾਲ ਇਹਦੇ ਇਹ ਵੀ ਹੈ ਕਿ ਜੇ ਤੁਸੀਂ ਘਰ ਵਿੱਚ ਬੈਠੇ ਹੋ ਤਾਂ ਤੁਸੀਂ ਘਰ ਵਿੱਚ ਬਹਿ ਕੇ ਕੰਮ ਜਿਹੜਾ ਸਾਰਾ ਦਿਨ ਨਹੀਂ ਕਰ ਸਕਦੇ, ਨਾਲ ਤੁਸੀਂ ਆਪਣੀਆਂ ਜੇ ਰੀਅਲ estate ਦੀ ਗੱਲ ਕਰੀਏ ਤਾਂ ਪ੍ਰਾਪਰਟੀਜ਼ ਬਰਾਊਜ਼ ਕਰ ਸਕਦੇ ਹੋ। ਇਹ ਬਹੁਤ ਵਧੀਆ ਮੌਕਾ ਲੋਕਾਂ ਲਈ ਕਿ ਕਹਿ ਲਓ ਕਿ ਹੋਰ ਸਿੱਖਣ ਦਾ ਰੀਅਲ estate ਬਾਰੇ, ਆਪਣੀ ਪਰਚੇਜ਼ਿੰਗ ਪਾਵਰ ਬਾਰੇ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਾਲ ਘਰ ਬਹਿ ਕੇ ਜਿਹੜੇ ਉਹ ਬਰਾਊਜ਼ ਕਰ ਸਕਦੇ ਨੇ। तने जैन जी, लगातार जो लोग अपनी प्रॉपर्टी खरीदते हैं तो किसी को भी आज इतना पैसा नहीं है कि वो एकदम 100% डाउन पेमेंट करके अपनी प्रॉपर्टी खरीदे। ये लोग जो होंगे ने पर बहुत घट गिनती होंगी है, ज्यादातर लोग वो होंगे ने जिहड़े लोन प्रैफर करते हैं क्योंकि किते ना किते टैक्स सेविंग भी होंगी है और उन्होंने को इन्नी डाउन पेमेंट भी नहीं होंगी और लेकिन एक घर बनाने का सुपना भी उन्होंने साकार हो जाता है। पर दूजे पासे उन्होंने ये भी गल बड़ी औखी लगती है कि लोन अप्लाई करना, फिर लोन का जो प्रोसीजर है उन्होंने काफ़ी औखा लगता है और कई चीज़ा पता भी नहीं होंगी उन्होंने कि लोन लिए किहड़े डॉक्यूमेंट्स की जरूरत होंगी है, मैनूं की शो करना पेगा। तुसीं की सलाह देना चाहोगे कि लोन जिहड़ा हैगा कितना सौखा है या औखा है हासिल करना, और कोई भी शख्स जेकर लोन लैंदा तां किहड़ियां चीज़ां नूं ध्यान विच रखना चाहिए उसनूं? मैं ये कहूँगा कि एज अ रीयल एस्टेट एजेंट ਆਸਟ੍ਰੇਲੀਆ ਦੇ ਵਿੱਚ ਕੀ ਹੁੰਦਾ ਕਿ ਬਈ ਅਸੀਂ ਫਾਈਨੈਂਸ ਡਿਪਾਰਟਮੈਂਟ ਤੋਂ ਬਾਹਰ ਰਹਿੰਦੇ ਹਾਂ। ਕੀ ਹੁੰਦਾ ਕਿ ਅਸੀਂ ਫਾਈਨੈਂਸ ਦੀ ਸਲਾਹ ਨਹੀਂ ਦੇ ਸਕਦੇ। ਫਾਈਨੈਂਸ ਵਾਸਤੇ ਇੱਕ ਲੋਨ ਬ੍ਰੋਕਰ ਹੁੰਦਾ ਜਿਹਨੂੰ ਮੋਰਟਗੇਜ ਬ੍ਰੋਕਰ ਕਹਿੰਦੇ ਆ, ਤੇ ਅਸੀਂ ਉਹਨੂੰ ਰੈਫਰ ਕਰਦੇ ਹਾਂ। ਤੇ ਸਾਡੀ ਟੀਮ ਦੇ ਵਿੱਚ ਇੱਕ ਮੋਰਟਗੇਜ ਬ੍ਰੋਕਰ ਵੀ ਹਾਇਰ ਅਸੀਂ ਕੀਤਾ ਹੋਇਆ ਕਿ ਜਿਹੜਾ ਕਿ ਕੋਈ ਬਾਇਰ ਆ ਉਹਨੇ ਕੋਈ ਘਰ ਲੈਣਾ ਤੇ ਉਹਨੂੰ ਘਰ ਦਿਖਾਉਣ ਤੋਂ ਪਹਿਲਾਂ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਭਾਜੀ ਤੁਸੀਂ ਪਹਿਲਾਂ ਆਪਣਾ ਫਾਈਨੈਂਸ ਚੈੱਕ ਕਰਾ ਲਓ ਤਾਂ ਕਿ ਤੁਹਾਨੂੰ ਇਹ ਪਤਾ ਲੱਗ ਜਾਵੇ ਕਿ ਬਈ ਤੁਹਾਡੀ ਜੌਬ ਦੇ ਅਕੋਰਡਿੰਗਲੀ, ਤੁਹਾਡੀ ਪੇ ਦੇ ਅਕੋਰਡਿੰਗਲੀ ਤੁਹਾਨੂੰ ਕਿੰਨਾ ਬੋਰੋਇੰਗ ਤੁਹਾਡੀ ਕੈਪੈਸਿਟੀ ਹੈਗੀ ਹੈ ਬੈਂਕ ਵੱਲੋਂ, ਕਿਹੜਾ ਬੈਂਕ ਤੁਹਾਨੂੰ ਬੈਟਰ ਰੇਟ ਦੇ ਸਕਦਾ ਹੈ, ਕਿਹੜਾ ਬੈਂਕ ਤੁਹਾਨੂੰ ਕੋਈ ਲੌਕ ਇਨ ਕੰਟਰੈਕਟ ਤਾਂ ਨਹੀਂ ਹੈ ਉਸ ਲੋਨ ਪਿੱਛੇ। ਤੇ ਉਹ ਸਾਰੀ ਚੀਜ਼ਾਂ ਇੱਕ ਬ੍ਰੋਕਰ ਸਮਝਾ ਸਕਦਾ ਉਹਨਾਂ ਨੂੰ। ਸਮਟਾਈਮਸ ਕਿਸੇ ਨੇ ਕੋਈ ਸੈਂਟਰ ਲਿੰਕ ਜਿਹੜੀ ਕਿ ਇੱਥੇ ਸਰਕਾਰੀ ਇੱਕ ਸੰਸਥਾ ਉੱਥੋਂ ਕੋਈ ਗ੍ਰਾਂਟ ਮਿਲਦੀ ਆ ਜਾਂ ਵੀਕਲੀ ਪੇਮੈਂਟਸ ਆਉਂਦੀਆਂ, ਕਿਸੇ ਨੂੰ ਨਹੀਂ ਮਾਲੂਮ ਹੁੰਦਾ ਕਿ ਉਹ ਲੈ ਰਹੇ ਨੇ ਤੇ ਉਹ ਲੋਨ ਦੇ ਵਿੱਚ ਬਹੁਤ ਜ਼ਿਆਦਾ ਅਫੈਕਟ ਕਰਦੀ ਹੈ ਉਹਨਾਂ ਦੀ ਬੋਰਿੰਗ ਕੈਪੈਸਿਟੀ ਦੇ ਵਿੱਚ। ਤੇ ਉਹ ਕੈਜੂਅਲ ਵਰਕਰ ਹੈ, ਫੁੱਲ ਟਾਈਮ ਵਰਕਰ ਹੈ, PR ਹੈਗੇ, ਪਰਮਾਨੈਂਟ ਰੈਜ਼ੀਡੈਂਟ ਹੈਗੇ ਕਿ ਨਹੀਂ ਹੈਗੇ ਆ, ਉਹ ਸਾਰੀ ਚੀਜ਼ਾਂ ਇੱਕ ਮੋਰਟਗੇਜ ਬ੍ਰੋਕਰ ਜਦੋਂ ਉਹਨਾਂ ਦੇ ਕਾਗਜ਼, ਉਹਨਾਂ ਦੇ ਫਾਈਨੈਂਸ਼ੀਅਲ ਸਟੇਟਮੈਂਟ, ਉਹਨਾਂ ਦੇ ਬੈਂਕ ਸਟੇਟਮੈਂਟਸ ਵੇਖਦਾ ਤੇ ਉਸ ਤੋਂ ਬਾਅਦ ਹੀ ਉਹ ਗਾਈਡ ਕਰ ਸਕਦਾ ਕਿ ਕਿੰਨੀ ਬੋਰੋਇੰਗ ਕੈਪੈਸਿਟੀ ਹੈ। ਫਿਰ ਉਸ ਤੋਂ ਬਾਅਦ ਅਸੀਂ ਉਹਨੂੰ ਉਹਦੇ ਬਜਟ ਦੇ ਅਕੋਰਡਿੰਗਲੀ ਉਹਨਾਂ ਨੂੰ ਕਰ ਸ਼ੋ ਕਰਦੇ ਜੀ। ਜਿਵੇਂ ਅਸੀਂ ਸਪੈਸ਼ਲ ਕੰਡੀਸ਼ਨਸ ਦੀ ਅਸੀਂ ਗੱਲ ਕਰੀਏ ਪਰਮ ਜੀ, ਸਪੈਸ਼ਲ ਕੰਡੀਸ਼ਨਸ ਕੀ ਹੁੰਦੀਆਂ ਨੇ? ਕਿਉਂਕਿ ਲਗਾਤਾਰ ਜਦੋਂ ਵੀ ਘਰ ਖਰੀਦਦੇ ਹੋ ਜਾਂ ਵੇਚਦੇ ਹੋ ਕਿਤੇ ਨਾ ਕਿਤੇ ਟਰਮਸ ਐਂਡ ਕੰਡੀਸ਼ਨਸ ਜ਼ਰੂਰ ਆ ਜਾਂਦੀਆਂ। ਉਹਨਾਂ ਟਰਮਸ ਐਂਡ ਕੰਡੀਸ਼ਨਸ ਨੂੰ ਤੁਹਾਡੇ ਤੋਂ ਥੋੜਾ ਜਿਹਾ ਅਸੀਂ ਸਮਝਣਾ ਚਾਹਾਂਗੇ ਔਰ ਉਹਨਾਂ ਦੀ ਕਿੰਨੀ ਕੋਈ ਇੰਪੋਰਟੈਂਸ ਹੈ।
ਬਿਲਕੁਲ ਜਿੱਦਾਂ ਸਹੀ ਗੱਲ ਤਨੇ ਜੀ ਨੇ ਕਿਹਾ ਸੀਗਾ ਕਿ ਲੋਨ ਦਾ ਦਾਇਰਾ ਜਿਹੜਾ ਪਹਿਲਾਂ ਤਾਂ ਮੈਂ ਉਹਦੇ ਨਾਲ ਇੱਕ ਗੱਲ ਮਿਲਦੀ ਕਰਨੀ ਚਾਹੂੰਗਾ ਕਿ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਉਹਦੇ ਨਾਲ ਇੱਕ ਨਾ ਤੁਹਾਨੂੰ ਮਿਲ ਜਾਂਦਾ ਹੈ ਪ੍ਰੀ ਅਪਰੂਵਲ ਕਹਿ ਦਿੰਦੇ ਆ ਲੈਟਰ ਬੈਂਕ ਵੱਲੋਂ ਜਿਹੜਾ ਮੋਰਗੇਜ ਬ੍ਰੋਕਰ ਜਿਹੜਾ ਤੁਹਾਨੂੰ ਪ੍ਰੋਵਾਈਡ ਕਰਵਾਉਂਦਾ ਹੈ ਪ੍ਰੀ ਅਪਰੂਵਲ ਜਿਹੜੀ ਹੈ ਜਦੋਂ ਸਾਡੇ ਕੋਲੇ ਕੋਈ ਬਾਇਰ ਆਉਂਦਾ ਅਸੀਂ ਉਹਨੂੰ ਪੁੱਛਦੇ ਹਾਂ ਕਿ ਤੁਹਾਡੇ ਕੋਲੇ ਪ੍ਰੀ ਅਪਰੂਵਲ ਹੈਗੀ ਆ ਜੇ ਉਹ ਪ੍ਰੀ ਅਪਰੂਵਲ ਹੈਗੀ ਆ ਤਾਂ ਉਹ ਇੱਕ ਸੌਖਾ ਹੋ ਜਾਂਦਾ ਸਾਰੇ ਪ੍ਰੋਸੀਜਰ ਨੂੰ ਅੱਗੇ ਤੋਰਨਾ ਤੇ ਜਿਹੜਾ ਤੁਹਾਡਾ ਕਹਿ ਲਈਏ ਕਿ ਹੁਣ ਗੱਲ ਸੀ ਟਰਮਸ ਐਂਡ ਕੰਡੀਸ਼ਨਸ ਦੀ ਟਰਮਸ ਐਂਡ ਕੰਡੀਸ਼ਨਸ ਕੀ ਨੇ ਇੱਕ ਆਫਰ ਟੂ ਪਰਚੇਜ਼ ਫਾਰਮ ਹੁੰਦਾ ਹਰ ਇੱਕ ਕਹਿ ਲਓ ਕੰਪਨੀ ਦਾ ਆਪਣਾ ਆਪਣਾ ਜਾਂ ਰੀਅਲ ਏਸਟੇਟ ਦਾ ਆਪਣਾ ਆਪਣਾ ਇੱਕ ਆਫਰ ਟੂ ਪਰਚੇਜ਼ ਫਾਰਮ ਹੈ ਜਿਹਨੂੰ ਭਰ ਕੇ ਤੁਸੀਂ ਦੇਣਾ ਹੁੰਦਾ ਜਿੱਦਾਂ ਪਹਿਲਾਂ ਗੱਲ ਕੀਤੀ ਸੀ ਕਿ ਹਰ ਇੱਕ ਚੀਜ਼ ਡਾਕੂਮੈਂਟਡ ਹੁੰਦੀ ਹੈ ਜਿਸ ਤੋਂ ਤੁਸੀਂ ਕਹਿ ਲਓ ਕਿ ਮੁੱਕਰ ਨਹੀਂ ਸਕਦੇ ਉਹ ਜਦੋਂ ਤੁਸੀਂ ਭਰ ਕੇ ਦਿੰਦੇ ਹੋ ਉਹਦੇ ਵਿੱਚ ਤੁਸੀਂ ਰਕਮ ਭਰਦੇ ਹੋ ਕਿ ਇੰਨੀ ਰਕਮ ਦੇ ਵਿੱਚ ਮੈਂ ਇਸ ਘਰ ਨੂੰ ਜਿਹੜਾ ਉਹ ਖਰੀਦਣਾ ਚਾਹੁੰਦਾ ਤੇ ਡਾਊਨ ਪੇਮੈਂਟ ਜਿਹੜੀ ਹੈ ਉਹ ਮੈਂ ਇੰਨੀ ਰੱਖੂੰਗਾ ਉਹ ਜਿਹੜੀਆਂ ਉਹਦੇ ਵਿੱਚ ਕੰਡੀਸ਼ਨਸ ਜਿਹੜੀਆਂ ਉਹ ਤੁਸੀਂ ਨਾਲ ਲਿਖ ਸਕਦੇ ਹੋ ਪਹਿਲਾਂ ਸਭ ਤੋਂ ਪਹਿਲਾਂ ਸ਼ੁਰੂ ਦੇ ਵਿੱਚ ਹੀ ਗੱਲ ਤਨੇ ਜੀ ਨੇ ਕੀਤੀ ਸੀ ਕਿ ਸਬਜੈਕਟ ਟੂ ਫਾਈਨਾਂਸ ਉਹ ਜਿਹੜੀ ਗੱਲ ਹੈ ਇਹ ਬਹੁਤ ਕਾਮਨ ਚੀਜ਼ ਆ ਸਬਜੈਕਟ ਟੂ ਫਾਈਨਾਂਸ ਜਿਹੜੀ ਆ ਉਹ ਆਉਂਦੀ ਆ ਸਾਹਮਣੇ ਕਿ ਜੇ ਮੇਰਾ ਫਾਈਨਾਂਸ ਅਪਰੂਵ ਹੋਊਗਾ ਤੇ ਮੈਂ ਇਹ ਰਕਮ ਜਿਹੜੀ ਆ ਤੁਹਾਡੀ ਅਦਾ ਕਰਕੇ ਇਸ ਪ੍ਰਾਪਰਟੀ ਨੂੰ ਮੈਂ ਆਪਣੇ ਨਾਮ ਜਿਹੜੀ ਆ ਉਹ ਕਰਵਾਉਂਗਾ ਜੀ ਤੇ ਉਸ ਤੋਂ ਇਲਾਵਾ ਜਿਹੜੀ ਗੱਲ ਕਰੀਏ ਜਿਹੜੇ ਬ੍ਰੋਕਰ ਨੇ ਉਹਨਾਂ ਦੀ ਜਿਹੜੀ ਕਹਿ ਲਈਏ ਕਿ ਭੂਮਿਕਾ ਜਿਹੜੀ ਹੁੰਦੀ ਹੈ ਪ੍ਰਾਪਰਟੀ ਇੰਸਪੈਕਟਰ ਦੀ ਜਿਹੜੀ ਭੂਮਿਕਾ ਹੁੰਦੀ ਹੈ ਉਹ ਚੈੱਕ ਕਰਕੇ ਫਿਰ ਉਹ ਦੱਸਦੇ ਨੇ ਕਿ ਇਸ ਪ੍ਰਾਪਰਟੀ ਦੇ ਵਿੱਚ ਆਹ ਚੀਜ਼ਾਂ ਜਿਵੇਂ ਗੱਲ ਕਰੀਏ ਪਲੰਬਿੰਗ ਦਾ ਕੋਈ ਇਸ਼ੂ ਨਿਕਲਿਆ ਆ ਜਾਂ ਕਹਿ ਲਓ ਕਿ ਗਾਰਡਨ ਦੇ ਵਿੱਚ ਕੋਈ ਐਦਾਂ ਦੀ ਚੀਜ਼ ਆ ਕੋਈ ਵੀ ਛੋਟੀ ਮੋਟੀ ਚੀਜ਼ ਆ ਜਿਹੜੀ ਉਹ ਜਿਹੜੀ ਆ ਟਰਮਸ ਜਿਹੜੀਆਂ ਨੇ ਉਹ ਆਪਣੀਆਂ ਲਿਖ ਸਕਦੇ ਨੇ ਬਾਇਰ ਜਿਹੜਾ ਉਹ ਸਾਰੀਆਂ ਟਰਮਸ ਜਿਹੜੀਆਂ ਉਹ ਏਦਾਂ ਪੇਸ਼ ਕਰਦੇ ਨੇ ਜਿਹੜੇ ਏਜੰਟ ਨੇ ਉਹ ਸੈਲਰ ਵੈਂਡਰਸ ਜਿਹਨੂੰ ਕਹਿੰਦੇ ਆਪਾਂ ਵੈਂਡਰਸ ਜਿਹੜੇ ਆ ਜੇ ਉਹ ਕਹਿੰਦੇ ਆ ਕਿ ਹਾਂਜੀ ਮੈਂ ਇਹ ਜਿਹੜੀਆਂ ਚੀਜ਼ਾਂ ਨੇ ਉਹ ਕਰ ਸਕਦਾ ਮੇਰੀ ਪਹੁੰਚ ਦੇ ਵਿੱਚ ਹੈਗੀਆਂ ਨੇ ਤੇ ਇਸ ਰਕਮ ਦੇ ਵਿੱਚ ਜਿਹੜੀਆਂ ਨੇ ਉਹ ਕਰ ਸਕਦੇ ਆ ਜਾਂ ਫਿਰ ਉਹ ਕਹਿੰਦੇ ਨੇ ਕਿ ਇਹਨੂੰ ਆਪਾਂ ਨੈਗੋਸ਼ੀਏਟ ਕਰ ਲਓ ਕਿ ਤੁਸੀਂ ਆਪਣੇ ਆਪ ਕਰਵਾ ਲਿਓ ਅਸੀਂ ਜਿਹੜਾ ਇਹਦੀ ਕੀਮਤ ਏਦਾਂ ਕਿਸੇ ਤਰੀਕੇ ਨਾਲ ਕਹਿ ਲਓ ਕਿ ਅਪ ਡਾਊਨ ਜਿਹੜੀ ਆ ਉਹ ਕਰ ਲੈਨੇ ਸੋ ਇਸ ਤਰੀਕੇ ਨਾਲ ਜਿਹੜੀਆਂ ਨੇ ਉਹ ਟਰਮਸ ਜਿਹੜੀਆਂ ਨੇ ਉਹ ਕੰਮ ਕਰਦੀਆਂ ਨੇ ਬਾਕੀ ਮੈਂ ਚਾਹੂੰਗਾ ਕਿਉਂਕਿ ਇਹ ਬਹੁਤ ਹੀ ਇੱਕ ਅਹਿਮ ਚੀਜ਼ ਹੈ ਤੇ ਤਨੇ ਦਾ ਤਜਰਬਾ ਮੇਰੇ ਨਾਲੋਂ ਕਾਫੀ ਜ਼ਿਆਦਾ ਹੈ ਤੇ ਤਨੇ ਪਲੀਜ਼ ਇਹਦੇ ਇਸ ਗੱਲ ਬਾਰੇ ਕਿਉਂਕਿ ਟਰਮਸ ਜਿਹੜੀਆਂ ਨੇ ਇਹਨਾਂ ਬਾਰੇ ਜ਼ਰੂਰ ਜਿਹੜੀ ਅੱਗੇ ਗੱਲ ਕਰਨਾ ਜੀ ਜ਼ਰੂਰ ਮੈਂ ਚਾਹਾਂਗਾ ਕਿ 1 ਮਿੰਟ ਦਾ ਸਮਾਂ ਤੁਸੀਂ ਲਓ ਕਿਉਂਕਿ ਸਾਡੇ ਕੋਲ ਸਮਾਂ ਹੋਰ ਨਹੀਂ ਹੈ ਸਿਰਫ 1 ਮਿੰਟ ਵਿੱਚ ਤੁਸੀਂ ਟਰਮਸ ਐਂਡ ਕੰਡੀਸ਼ਨਸ ਜਲਦੀ ਨਾਲ ਸਮਝਾ ਸਕੋ ਹਾਂਜੀ ਟਰਮਸ ਐਂਡ ਕੰਡੀਸ਼ਨ ਦੇ ਵਿੱਚ ਜਿਵੇਂ ਪਰਮ ਭਾਜੀ ਨੇ ਕਿਹਾ ਕਿ ਬਈ ਸਬਜੈਕਟ ਟੂ ਫਾਈਨੈਂਸ ਹੁੰਦਾ ਡਿਪੋਜ਼ਿਟ ਅਮਾਉਂਟ ਦੀ ਡਿਸਕਸ਼ਨ ਹੁੰਦੀ ਹੈ ਬਟ ਟਰਮਸ ਐਂਡ ਕੰਡੀਸ਼ਨ ਦੇ ਵਿੱਚ ਉਹ ਹਰ ਚੀਜ਼ ਐਡ ਹੋ ਜਾਂਦੀ ਹੈ ਜੋ ਕਿ ਇੱਕ ਬਾਇਰ ਉਸ ਟਾਈਮ ਲੈਣ ਵਾਸਤੇ ਸ਼ਰਤਾਂ ਰੱਖਦਾ ਹੈ ਫੋਰ ਐਗਜ਼ਾਮਪਲ ਉਹ ਕਹਿੰਦਾ ਮੈਂ ਕਲੀਨਿੰਗ ਕਰਾਉਣੀ ਹੈ ਮੈਂ ਪ੍ਰੋਫੈਸ਼ਨਲ ਕਲੀਨਿੰਗ ਚਾਹੁੰਦਾ ਮੈਂ ਚਾਹੁੰਦਾ ਕਿ ਬਈ ਮੈਨੂੰ ਆਹ ਟੇਬਲ ਵੀ ਚਾਹੀਦਾ ਨਾਲ ਉਹ ਚਾਹੁੰਦਾ ਕਿ ਮੈਨੂੰ ਕੁਝ ਹੋਰ ਪ੍ਰਾਪਰਟੀ ਦੇ ਵਿੱਚ ਨਹੀਂ ਚਾਹੀਦਾ ਜਾਂ ਚਾਹੀਦਾ ਉਹ ਸਾਰੀ ਚੀਜ਼ਾਂ ਉਹਦੇ ਵਿੱਚ ਰੱਖੀਆਂ ਜਾਂਦੀਆਂ ਤੇ ਉੱਥੇ ਵੈਂਡਰ ਦੇ ਤੇ ਬਾਇਰ ਦੇ ਦੋਨਾਂ ਦੇ ਸਾਈਨ ਹੁੰਦੇ ਆ ਤੇ ਜਦੋਂ ਪ੍ਰਾਪਰਟੀ ਸੈਟਲ ਹੁੰਦੀ ਆ ਉਸ ਤੋਂ 2 ਦਿਨ ਪਹਿਲਾਂ ਇੱਕ ਫਾਈਨਲ ਇਨਸਪੈਕਸ਼ਨ ਹੁੰਦੀ ਹੈ ਜਿਹਦੇ ਵਿੱਚ ਬਾਇਰ ਜਾ ਕੇ ਦੇਖਦਾ ਆਪਣੀ ਸ਼ਰਤਾਂ ਦੇ ਅਕੋਰਡਿੰਗਲੀ ਕਿ ਉਹ ਸ਼ਰਤਾਂ ਉੱਥੇ ਉਹਨਾਂ ਦੀ ਅਪਰੂਵ ਹੋਈਆਂ ਉਹਨਾਂ ਨੇ ਕਰੀਆਂ ਉਹ ਸਾਰੇ ਤੇ ਕੰਮ ਕਿ ਨਹੀਂ ਕਰਿਆ ਤੇ ਜੇ ਨਹੀਂ ਕਰਿਆ ਹੁੰਦਾ ਤੇ ਉਹ ਵਾਪਸ ਕਨਵੈਂਸਰ ਕੋਲ ਜਾ ਕੇ ਉਹਨੂੰ ਰਿਪੋਰਟ ਕਰਦੇ ਆਪਣੇ ਤੇ ਉਹ ਸੈਟਲਮੈਂਟ ਫਿਰ ਡਿਲੇ ਹੋ ਜਾਂਦੀ ਹੈ ਪ੍ਰਾਪਰਟੀ ਚਲੋ ਬਹੁਤ ਬਹੁਤ ਸ਼ੁਕਰੀਆ ਤਨੇਜਾ ਜੀ ਔਰ ਬਹੁਤ ਬਹੁਤ ਸ਼ੁਕਰੀਆ ਪਰਮਦੀਪ ਸਿੰਘ ਜੀ ਕਿਉਂਕਿ ਅੱਜ ਦੇ ਸਮੇਂ ਇਸ ਮਹਿਕ ਪੰਜਾਬ ਦੀ ਪ੍ਰੋਗਰਾਮ ਦੇ ਜ਼ਰੀਏ ਅਸੀਂ ਉਹਨਾਂ ਲੋਕਾਂ ਦੀ ਮਦਦ ਜ਼ਰੂਰ ਕਰਨ ਦੀ ਸੋਚੀ ਸੀ ਕਿ ਜਿਨ੍ਹਾਂ ਨੇ ਆਪਣਾ ਘਰ ਨਵਾਂ ਖਰੀਦਣਾ ਜਾਂ ਆਪਣਾ ਘਰ ਬਹੁਤ ਮੁਸ਼ਕਿਲਾਂ ਵਿੱਚ ਨੇ ਔਰ ਵੇਚ ਨਹੀਂ ਪਾ ਰਹੇ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਔਰ ਕਿਸ ਤਰੀਕੇ ਨਾਲ ਆਪਣਾ ਘਰ ਖਰੀਦ ਸਕਦੇ ਨੇ ਵੇਚ ਸਕਦੇ ਨੇ ਔਰ ਤੁਹਾਡੇ ਦੋਵਾਂ ਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂਕਿ ਆਪਣੇ ਆਪਣੇ ਤਜਰਬੇ ਮੁਤਾਬਕ ਤੁਸੀਂ ਇਹ ਜੋ ਗੱਲਾਂ ਦੱਸੀਆਂ ਨੇ ਬਾਕੀ ਸ਼ਲਾਘਾਯੋਗ ਨੇ ਅਤੇ ਸਾਡੇ ਦਰਸ਼ਕਾਂ ਲਈ ਜ਼ਰੂਰ ਇਹ ਫਾਇਦੇ ਦਾ ਸੌਦਾ ਸਾਬਿਤ ਹੋਣਗੇ ਬਹੁਤ ਬਹੁਤ ਸ਼ੁਕਰੀਆ ਤਨੇਜਾ ਜੀ ਬਹੁਤ ਬਹੁਤ ਸ਼ੁਕਰੀਆ ਪਰਮਦੀਪ ਸਿੰਘ ਜੀ ਅਤੇ ਜੇਕਰ ਸਾਡੇ ਦਰਸ਼ਕਾਂ ਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਜ਼ਰੂਰ ਤੁਸੀਂ ਸਾਨੂੰ ਈਮੇਲ ਰਾਹੀਂ ਸੰਪਰਕ ਕਰ ਸਕਦੇ ਹੋ ਸਾਡਾ ਈਮੇਲ ਪਤਾ ਹੈ info@cktimetv.com ਅਤੇ ਤੁਸੀਂ ਸਾਨੂੰ WhatsApp ਰਾਹੀਂ ਵੀ ਆਪਣਾ ਸੁਨੇਹਾ ਭੇਜ ਸਕਦੇ ਹੋ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸਾਡਾ WhatsApp ਨੰਬਰ ਹੈ +1 209 275 3038 ਅਤੇ ਮੇਰਾ Facebook ਪੇਜ ਹੈ @Bhalandar Official ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਮਹਿਕ ਪੰਜਾਬ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ ਧੰਨਵਾਦ